ਪਿਆਰੇ ਬੱਚਿਓ, ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਤੁਹਾਡਾ ਆਪਣਾ ਪੰਕਜ ਗੋਇਲ, ਸਮਾਜਿਕ ਸਿੱਖਿਆ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਤੋਂ। ਸੋ ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੀ ਸਮਾਜਿਕ ਵਿਗਿਆਨ ਦੀ ਪੁਸਤਕ ਜਮਾਤ 8ਵੀਂ ਦੇ ਪਾਠ ਨੰਬਰ 21, ਜਿਸ ਦਾ ਸਿਰਲੇਖ ਹੈ ਰਾਸ਼ਟਰੀ ਅੰਦੋਲਨ, ਇਸ ਬਾਰੇ ਪੜ੍ਹਾਂਗੇ। ਬੇਟਾ ਜੀ, ਇਹ ਆਪਣਾ ਅੱਜ ਭਾਗ ਦੂਸਰਾ ਹੈ। ਆਓ ਆਪਾਂ ਸ਼ੁਰੂ ਕਰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਆਪਾਂ ਰਾਸ਼ਟਰੀ ਅੰਦੋਲਨ ਦੇ ਭਾਗ ਪਹਿਲਾਂ ਵਿੱਚ ਦੇਖਿਆ ਸੀ ਵੀ ਸਮੁੱਚੇ ਭਾਰਤ ਦੇ ਜਿਹੜੇ ਵਿਚਾਰਾਂ ਨੂੰ ਦਰਸਾਉਣ ਲਈ ਕੋਈ ਅਜਿਹੀ ਸੰਸਥਾ ਹੋਂਦ ਵਿੱਚ ਨਹੀਂ ਆਈ ਸੀ ਜਿਹੜੀ ਉਹਨੂੰ ਕਲੈਕਟਿਵਲੀ ਸਾਰੇ ਭਾਰਤ ਦੇ ਵਿਚਾਰਾਂ ਨੂੰ ਦਰਸਾ ਸਕੇ। ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਪ੍ਰਾਂਤਿਕ ਜਿਹੜੀਆਂ ਸੰਸਥਾਵਾਂ ਸੀ ਉਹ ਸਥਾਪਿਤ ਹੋ ਚੁੱਕੀਆਂ ਸੀ, ਪਰ ਇੱਕ ਸਿੰਗਲ ਪਲੇਟਫਾਰਮ ਜਿਹਦੇ 'ਤੇ ਭਾਰਤ ਦੀ ਗੱਲ ਕੀਤੀ ਜਾ ਸਕੇ, ਅਜਿਹੀ ਕੋਈ ਸੰਸਥਾ, ਅਜਿਹਾ ਕੋਈ ਸੰਗਠਨ ਹਲੇ ਭਾਰਤ ਦੇ ਵਿੱਚ ਸਥਾਪਿਤ ਨਹੀਂ ਸੀ ਹੋਇਆ, ਜਿਹੜੀ ਕਿ ਉਸ ਸਮੇਂ ਦੇ ਜਿਹੜਾ ਦੌਰ ਚੱਲ ਰਿਹਾ ਸੀ ਉਹਦੀ ਮੁੱਢਲੀ ਮੰਗ ਸੀ। ਸੋ ਇਸ ਮੁੱਢਲੀ ਮੰਗ ਨੂੰ, ਇਸ ਭਾਰਤ ਦੀ ਇਸ ਵਿਚਾਰਧਾਰਾ ਨੂੰ ਪ੍ਰਗਟ ਕਰਨ ਲਈ ਇਹ ਮੰਗ ਕਿਹਨੇ ਪੂਰੀ ਕੀਤੀ ਬੇਟਾ? ਇਹ ਮੰਗ ਪੂਰੀ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ। ਹਾਂਜੀ, ਇਹ ਪਹਿਲੀ ਇੱਕ ਅਜਿਹੀ ਸੰਸਥਾ ਸਥਾਪਿਤ ਹੋਈ ਜਿਹੜੀ ਸਮੁੱਚੇ ਭਾਰਤ ਨੂੰ, ਸਾਰੇ ਰਾਜਾਂ ਨੂੰ ਜੋੜ ਕੇ ਇੱਕ ਭਾਰਤ ਦੀ ਗੱਲ ਕਰਦੀ ਸੀ, ਜਿਹਨੇ ਇੱਕ ਭਾਰਤ ਬਾਰੇ ਗੱਲ ਕੀਤੀ, ਨਾ ਕਿ ਵੱਖ-ਵੱਖ ਪ੍ਰਾਂਤਾਂ ਬਾਰੇ ਗੱਲ ਕੀਤੀ। ਇਹ ਸੰਸਥਾ ਦਾ ਨਾਮ ਸੀ ਇੰਡੀਅਨ ਨੈਸ਼ਨਲ ਕਾਂਗਰਸ। ਇੰਡੀਅਨ ਨੈਸ਼ਨਲ ਕਾਂਗਰਸ ਤੁਸੀਂ ਯਾਦ ਰੱਖਣਾ ਹੈ, ਇਹ ਪਹਿਲਾ ਇੱਕ ਸੰਗਠਨ ਸੀ ਜਿਹੜੇ ਭਾਰਤ ਵਾਸਤੇ ਗੱਲ ਕੀਤੀ ਤੇ ਸਮੁੱਚੇ ਭਾਰਤ ਨੂੰ ਇੱਕ ਲੜੀ ਦੇ ਵਿੱਚ ਪਰੋਇਆ, ਇੱਕ ਮਾਲਾ ਦੇ ਵਿੱਚ ਪਰੋਇਆ ਤੇ ਉਹ ਭਾਰਤੀਆਂ ਦੇ ਦੁੱਖ ਤਕਲੀਫਾਂ ਦੀ ਗੱਲ ਕਰਨੀ ਇਸਨੇ ਸ਼ੁਰੂ ਕੀਤੀ। ਸੋ ਹੁਣ ਆਪਾਂ ਦੇਖਦੇ ਹਾਂ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਭਾਰਤੀ ਇਤਿਹਾਸ ਦੀ ਇੱਕ ਅਤੀ ਮਹੱਤਵਪੂਰਨ ਰਾਜਨੀਤਿਕ ਘਟਨਾ ਸੀ ਬੇਟਾ, ਬਹੁਤ ਇੰਪੋਰਟੈਂਟ ਸੀ। ਇਸ ਨੇ ਭਾਰਤ ਦੇ ਆਉਣ ਵਾਲੀ ਰਾਜਨੀਤੀ, ਭਾਰਤ ਦੀ ਹਿਸਟਰੀ, ਭਾਰਤ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਇਸ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ, ਇੱਕ ਨਵਾਂ ਪਲੇਟਫਾਰਮ ਭਾਰਤੀਆਂ ਨੂੰ ਮਿਲਿਆ ਜਿੱਥੇ ਉਹ ਸਮੁੱਚੇ ਭਾਰਤ ਦੀ ਗੱਲ ਕਰ ਸਕਦੇ ਸੀ। ਸੋ ਇਸੇ ਕਰਕੇ ਇਸ ਨੂੰ ਵੀ ਇੱਕ ਯੁੱਗ ਪਲਟਾਊ ਘਟਨਾ ਵੀ ਬੋਲਿਆ ਜਾਂਦਾ ਹੈ, ਜਿਸ ਦੇ ਨਾਲ ਇੱਕ ਨਵਾਂ ਯੁੱਗ ਭਾਰਤ ਦੇ ਇਤਿਹਾਸ ਦੇ ਵਿੱਚ ਭਾਰਤ ਦੇ ਲੋਕਾਂ ਲਈ ਸ਼ੁਰੂ ਹੋਇਆ। ਹੁਣ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਅੱਗੇ ਪੜ੍ਹਦੇ ਹਾਂ ਵੀ ਇਸ ਦੀ ਸਥਾਪਨਾ ਕਿਵੇਂ ਹੋਈ, ਕਿੱਥੇ ਹੋਈ, ਕਿਵੇਂ ਕੀਤੀ ਗਈ। ਬੜੇ ਇੰਪੋਰਟੈਂਟ ਕੁਐਸਚਨ ਨੇ ਬੇਟਾ, ਇਹਨੂੰ ਧਿਆਨ ਨਾਲ ਦੇਖਿਓ। ਸਭ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ, ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਇਹਦਾ ਜਵਾਬ ਹੈ ਬੇਟਾ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ 1885। ਯਾਦ ਰੱਖਣਾ ਬੇਟਾ ਤੁਸੀਂ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 28 ਦਸੰਬਰ 1885। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਵੀ ਹੈ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ, ਅਦਰਵਾਈਜ਼ ਆਪਣੇ ਯਾਦ ਹੀ ਰੱਖਣਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 28 ਦਸੰਬਰ 1885। ਕਈ ਵਾਰ ਸਿੰਪਲ ਇਕੱਲਾ ਸਾਲ ਵੀ ਪੁੱਛਿਆ ਜਾਂਦਾ ਹੈ, ਉੱਥੇ ਆਪਾਂ ਕਹਿ ਸਕਦੇ ਹਾਂ 1885। ਹੁਣ ਬੇਟਾ ਕਿੱਥੇ ਹੋਈ? ਬੰਬਈ, ਜਿਹਨੂੰ ਅੱਜ ਕੱਲ੍ਹ ਅਸੀਂ ਮੁੰਬਈ ਬੋਲਦੇ ਹਾਂ, ਉੱਥੇ ਹੋਈ। ਉਸ ਦਾ ਇੱਕ ਸਥਾਨ ਹੈ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ। ਸੋ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਮੁੰਬਈ ਵਿਖੇ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਖੇ ਹੋਈ ਸੀ 28 ਦਸੰਬਰ 1885। ਤੁਸੀਂ ਇਹ ਤਰੀਕ ਮਿਤੀ ਯਾਦ ਰੱਖਣੀ ਹੈ, ਦਸੰਬਰ ਮਹੀਨਾ, ਤਰੀਕ 28, ਸਾਲ 1885, ਮੁੰਬਈ ਦਾ ਸਥਾਨ। ਹੁਣ ਅਗਲਾ ਜਿਹੜਾ ਇੰਪੋਰਟੈਂਟ ਕੁਐਸਚਨ ਉਰੇ ਬਣਦਾ ਹੈ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬੇਟਾ, ਉਹਦਾ ਸਾਡੇ ਕੋਲ ਰਿਪਲਾਈ ਆ ਗਿਆ, ਮਿਸਟਰ A.O. ਹਿਊਮ। ਮਿਸਟਰ A.O. ਹਿਊਮ ਇੱਕ ਅੰਗਰੇਜ਼ ਅਫਸਰ ਸੀ ਬੇਟਾ, ਜਿਨ੍ਹਾਂ ਨੇ ਇਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਸੀ। ਆ ਤੁਹਾਡੇ ਸਾਹਮਣੇ ਉਹਨਾਂ ਦੀ ਤਸਵੀਰ ਵੀ ਹੈ ਭਾਰਤੀ, ਉਹਦੇ ਵਿੱਚ ਇਹਨਾਂ ਦੇ ਨਾਂ 'ਤੇ ਟਿਕਟ ਵੀ ਜਾਰੀ ਕੀਤੀ ਗਈ ਸੀ ਡਾਕਖਾਨੇ ਦੇ ਅਕੋਰਡਿੰਗਲੀ। ਸੋ ਇਹਨਾਂ ਦਾ ਨਾਮ ਸੀ ਮਿਸਟਰ A.O. ਹਿਊਮ। ਸੋ ਆਹ ਇੱਕ ਸ਼ੀਟ ਜਿਹੜੀ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਹੋਈ ਹੈ, ਇਹ ਬਹੁਤ ਹੀ ਮਹੱਤਵਪੂਰਨ ਹੈ ਤੁਹਾਡੇ ਸਿਲੇਬਸ ਵਾਸਤੇ, ਤੁਹਾਡੀ ਜਾਣਕਾਰੀ ਵਾਸਤੇ। ਇਹਦੇ ਵਿੱਚੋਂ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਪ੍ਰਸ਼ਨ ਬਣਦੇ ਨੇ। ਕਈ ਵਾਰ NMMS ਦੇ ਵਿੱਚ ਵੀ ਕਈ ਕੁਐਸਚਨ ਜਿਹੜੇ ਤੁਹਾਡੇ 8th ਲੈਵਲ 'ਤੇ ਹੁੰਦਾ, ਉਹਦੇ ਵਿੱਚ ਵੀ ਬਹੁਤ ਕੁਐਸਚਨ ਆਉਂਦੇ ਨੇ। ਸੋ ਤੁਸੀਂ ਇਹਨੂੰ ਯਾਦ ਰੱਖਣਾ ਹੈ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 28 ਦਸੰਬਰ 1885। ਕਿੱਥੇ ਹੋਈ? ਮੁੰਬਈ ਦੇ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ। ਕਿਸ ਨੇ ਕੀਤੀ? ਇੱਕ ਅੰਗਰੇਜ਼ ਅਫਸਰ ਸੀ ਮਿਸਟਰ A.O. ਹਿਊਮ। ਸੋ ਬੇਟਾ ਇੱਕ NMMS ਦੇ ਵਿੱਚ ਹੋਰ ਵੀ ਕੁਐਸਚਨ ਆਉਂਦਾ ਵੀ ਉਸ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ?
ਸੋ ਇਹਦਾ ਉੱਤਰ ਹੈ ਉਸ ਸਮੇਂ ਭਾਰਤ ਦਾ ਵਾਇਸਰਾਏ ਲਾਰਡ ਡਫਰਿਨ ਸੀ। ਇਹ ਯਾਦ ਰੱਖਿਓ, ਕਾਫੀ ਇੰਪੋਰਟੈਂਟ ਕੁਐਸਚਨ ਹੈ। ਸੋ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਬਾਰੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਊਗੀ। ਸੋ ਇੰਨੀ ਕੁ ਜਾਣਕਾਰੀ ਤੁਹਾਨੂੰ ਯਾਦ ਕਰਨੀ ਪਊਗੀ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ, ਹੋਰ ਮਹੱਤਵਪੂਰਨ ਜਾਣਕਾਰੀ ਕੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਦੇਖੋ 28 ਦਸੰਬਰ ਨੂੰ ਇਹਦੀ ਸਥਾਪਨਾ ਕੀਤੀ ਗਈ, ਤਾਂ ਪਹਿਲਾ ਸਮਾਗਮ, ਪਹਿਲੀ ਮੀਟਿੰਗ 29-30 ਦਸੰਬਰ 2 ਦਿਨ ਚੱਲਿਆ 1885। 29-30 ਦਸੰਬਰ 1885 ਨੂੰ ਹੋਈ ਬੰਬਈ ਵਿਖੇ, ਉੱਥੇ ਹੀ ਉਸੇ ਕਾਲਜ ਦੇ ਵਿੱਚ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਖੇ ਹੋਇਆ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਦੋਂ ਅਤੇ ਕਿੱਥੇ ਹੋਇਆ? 29-30 ਦਸੰਬਰ 1885 ਨੂੰ ਮੁੰਬਈ ਦੇ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਖੇ ਹੋਇਆ ਸੀ। ਹੁਣ ਬੇਟਾ ਇਹ ਸਾਡੇ ਕੋਲੇ ਆ ਗਿਆ ਵੀ ਇਹ ਮੀਟਿੰਗ ਦੇ ਵਿੱਚ ਭਾਰਤ ਦੀਆਂ ਵੱਖ-ਵੱਖ ਪ੍ਰਾਂਤਾਂ ਦੇ ਵਿੱਚੋਂ ਕਿੰਨੇ ਪ੍ਰਤੀਨਿਧੀ ਆਏ ਸੀ? 72 72 ਪ੍ਰਤੀਨਿਧੀਆਂ ਨੇ ਬੇਟਾ ਭਾਗ ਲਿਆ ਸੀ ਇਸ ਪਹਿਲੇ ਸਮਾਗਮ ਦੇ ਵਿੱਚ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਵੀ ਇਹੀ ਹੈ ਬੇਟਾ, ਇਹ ਸਾਰਾ ਚੈਪਟਰ ਹੀ ਕਾਫੀ ਇੰਪੋਰਟੈਂਟ ਹੈ। ਸੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇਹਨੂੰ ਸਕਰੀਨ 'ਤੇ ਦਿੱਤੀ ਹੋਈਆਂ ਚੀਜ਼ਾਂ ਨੂੰ ਆਪਣੇ ਮਾਈਂਡ ਦੇ ਵਿੱਚ ਸਮਝ ਕੇ ਫਿੱਟ ਕਰ ਲਓ ਵੀ ਕਿੰਨੇ ਪ੍ਰਤੀਨਿਧੀ ਆਏ ਸੀ? 72। ਸਾਰੇ ਭਾਰਤ ਦੇ ਵਿੱਚੋਂ ਕਿੰਨੇ ਪ੍ਰਤੀਨਿਧੀ ਆਏ ਸੀ? ਵੱਖ-ਵੱਖ ਰਾਜਾਂ ਦੇ ਵਿੱਚੋਂ 72 ਰਿਪਰੈਜ਼ੈਂਟੇਟਿਵ ਆਏ ਸੀ, ਜਿਨ੍ਹਾਂ ਨੇ ਉੱਥੇ ਆ ਕੇ ਇਸ ਪਹਿਲੇ ਸਮਾਗਮ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਸੋ ਆਹ ਪਹਿਲੇ ਸਮਾਗਮ ਦੀ ਦ ਫਸਟ ਕਾਨਫਰੰਸ ਆਫ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਿਕ ਹੈ। ਇਸ ਦੇ ਵਿੱਚ ਇਹ ਸਾਰੇ ਪ੍ਰਤੀਨਿਧੀ ਨਿਯੁਕਤ ਆਏ ਸੀਗੇ ਜਿਨ੍ਹਾਂ ਨੇ ਮੀਟਿੰਗ ਅਟੈਂਡ ਕੀਤੀ ਸੀ। ਤਾਂ ਇਸ ਦਾ ਸਭਾਪਤੀ ਬਹੁਤ ਇੰਪੋਰਟੈਂਟ ਹੈ, ਦੇਖੋ ਵਿਓਮੇਸ਼ ਚੰਦਰ ਬੈਨਰਜੀ, ਬੰਗਾਲੀ ਸੀ ਵਿਓਮੇਸ਼ ਚੰਦਰ ਬੈਨਰਜੀ, ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਇਸ ਦਾ ਪਹਿਲੇ ਸਭਾਪਤੀ ਕੌਣ ਸੀਗੇ? ਵਿਓਮੇਸ਼ ਚੰਦਰ ਬੈਨਰਜੀ। ਤੁਹਾਡੇ ਸਾਹਮਣੇ ਤਸਵੀਰ ਵੀ ਹੈ। ਅਨਦਰ ਇੰਪੋਰਟੈਂਟ ਕੁਐਸਚਨ ਹੈ, NMMS ਵਾਸਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ, ਮਲਟੀਪਲ ਚੁਆਇਸ ਦੇ ਵਿੱਚ MCQ ਦੇ ਵਿੱਚ ਆਉਂਦਾ ਹੈ। ਪਹਿਲੇ ਸਭਾਪਤੀ ਕੌਣ ਸੀ? ਵਿਓਮੇਸ਼ ਚੰਦਰ ਬੈਨਰਜੀ। ਸੋ ਬੇਟਾ ਇਹ ਚੀਜ਼ਾਂ ਤੁਸੀਂ ਰਿਮਾਈਂਬਰ ਰੱਖਣਾ ਹੈ। ਪਿਕਚਰ ਦੇਖ ਲਓ, ਤੁਹਾਡੀ ਇੱਕ ਬੁੱਕਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪਿਕਚਰਸ ਦਿੱਤੀਆਂ ਜਾਂਦੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਸ਼ੁਰੂ ਵਿੱਚ ਜਿਹੜੀ ਕਾਂਗਰਸ ਦੇ ਜਿਹੜੇ ਬੇਟਾ ਇਸ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਕਾਂਗਰਸ ਜਾਂ INC ਵੀ ਬੋਲਿਆ ਜਾਂਦਾ ਹੈ, ਇੰਡੀਅਨ ਨੈਸ਼ਨਲ ਕਾਂਗਰਸ INC। ਉਸ ਦੇ ਜਿਹੜਾ ਨੇਤਾ ਸੀ ਬੇਟਾ ਉਦਾਰਵਾਦੀ ਸਨ। ਉਸ ਸਮੇਂ ਕਾਂਗਰਸ ਦਾ ਉਦੇਸ਼ ਸੁਤੰਤਰਤਾ ਪ੍ਰਾਪਤ ਕਰਨਾ ਨਹੀਂ ਸੀ, ਇਹ ਉਦੇਸ਼ ਤਾਂ ਬਾਅਦ ਵਿੱਚ ਅਪਣਾਇਆ ਗਿਆ। ਬੇਟਾ ਆਪਾਂ ਗੱਲ ਕਰ ਚੁੱਕੇ ਹਾਂ ਪਾਰਟ 1 ਦੇ ਵਿੱਚ। ਪਹਿਲਾਂ ਤਾਂ ਮੁੱਢਲੇ ਉਦੇਸ਼ ਕੀ ਸੀ? ਲੋਕਾਂ ਵਾਸਤੇ ਕੁਝ ਰਾਜਨੀਤਿਕ ਸਮਾਜਿਕ ਅਧਿਕਾਰ ਪ੍ਰਾਪਤ ਕਰਨਾ, ਉਹਨਾਂ ਨੂੰ ਸੋਸ਼ਲ ਸਟੇਟਸ ਦੇਣਾ, ਉਹਨਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਪੂਰੀਆਂ ਕਰਨਾ, ਲੋੜਾਂ ਪੂਰੀਆਂ ਕਰਨਾ, ਇਹਨਾਂ ਚੀਜ਼ਾਂ ਵਾਸਤੇ ਇਹ ਸੰਸਥਾਵਾਂ ਬਣੀਆਂ ਸੀ। ਸੋ ਇਹਦਾ ਵੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਵੀ ਮੁੱਖ ਉਦੇਸ਼ ਤਾਂ ਉਹਨਾਂ ਚੀਜ਼ਾਂ ਦੀ ਪੂਰਤੀ ਹੀ ਕਰਨਾ ਸੀ। ਭਾਰਤ ਦੇ ਲੋਕਾਂ ਨੂੰ ਆਰਾਮਦਾਇਕ ਜ਼ਿੰਦਗੀ ਦੇਣਾ, ਦੁੱਖਾਂ ਤਕਲੀਫਾਂ 'ਚੋਂ ਕੱਢਣਾ ਸੀ। ਆਜ਼ਾਦੀ ਦਾ ਮਕਸਦ ਬਾਅਦ ਦੇ ਵਿੱਚ ਬਣਿਆ। ਸੋ ਸਟਾਰਟਿੰਗ ਦੇ ਵਿੱਚ ਇਹਦੀ ਲੀਡਰਸ਼ਿਪ ਕਿਹਨਾਂ ਹੱਥਾਂ ਦੇ ਵਿੱਚ ਸੀ? ਉਦਾਰਵਾਦੀ। ਹੁਣ ਸਵਾਲ ਉੱਠਦਾ ਵੀ ਇਹ ਉਦਾਰਵਾਦੀ ਤੋਂ ਕੀ ਭਾਵ ਹੈ? ਉਦਾਰਵਾਦੀ ਕੀ ਹੁੰਦਾ ਹੈ? ਸੋ ਪਿਆਰੇ ਬੱਚਿਓ, ਉਦਾਰਵਾਦੀ ਤੋਂ ਭਾਵ ਅਜਿਹੇ ਲੋਕ ਜੋ ਆਪਣੀਆਂ ਮੰਗਾਂ ਨੂੰ ਸੰਵਿਧਾਨਿਕ, ਕਾਨੂੰਨੀ ਅਤੇ ਅਹਿੰਸਾ ਰਾਹੀਂ, ਭਾਵ ਲੜਾਈ ਝਗੜੇ ਤੋਂ ਬਿਨਾਂ, ਕਿਸੇ ਨਾਲ ਕੋਈ ਹਥਿਆਰ ਨਹੀਂ ਵਰਤਣੇ, ਅਜਿਹੀਆਂ ਭਾਵ ਕਿਹੜੇ ਸੰਵਿਧਾਨਿਕ, ਕਾਨੂੰਨੀ ਅਤੇ ਅਹਿੰਸਾ ਰਾਹੀਂ ਪੂਰੀਆਂ ਕਰਵਾਉਂਦੇ ਹਨ। ਭਾਵ ਵਾਰਤਾਲਾਪ ਰਾਹੀਂ, ਮੀਟਿੰਗਸ ਰਾਹੀਂ, ਮੰਗ ਪੱਤਰਾਂ ਰਾਹੀਂ, ਵਿਨੇ ਪੱਤਰਾਂ ਰਾਹੀਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਂਦੇ ਨੇ। ਅਜਿਹੇ ਲੋਕਾਂ ਦੇ ਸਮੂਹ ਨੂੰ ਅਸੀਂ ਬੇਟਾ ਉਦਾਰਵਾਦੀ ਲੋਕ ਜਾਂ ਉਦਾਰਵਾਦੀ ਲੋਕਾਂ ਦਾ ਸਮੂਹ ਬੋਲਦੇ ਹਾਂ। ਸੋ ਸਟਾਰਟਿੰਗ ਦੇ ਵਿੱਚ ਕਾਂਗਰਸ ਦੇ ਉੱਤੇ ਕਿਹਨਾਂ ਦੀ ਜ਼ਿਆਦਾ ਉਹ ਸੀ ਪ੍ਰਭਾਵ ਸੀ? ਉਦਾਰਵਾਦੀ ਨੇਤਾਵਾਂ ਦਾ ਜ਼ਿਆਦਾ ਪ੍ਰਭਾਵ ਸੀ। ਉਹਦੇ ਅਕੋਰਡਿੰਗਲੀ ਕਾਂਗਰਸ ਆਪਦਾ ਕੰਮ ਕਰਦੀ ਰਹੀ। ਇਸੇ ਕਰਕੇ ਬੇਟਾ ਇਸ ਦੀ ਸਥਾਪਨਾ ਤੋਂ ਲੈ ਕੇ, ਭਾਵ 1885 ਤੋਂ ਲੈ ਕੇ 1905 ਈਸਵੀ ਤੱਕ ਰਾਸ਼ਟਰਵਾਦੀ ਅੰਦੋਲਨ ਸੀ ਜਿਹੜਾ ਸਾਡੇ ਭਾਰਤ ਦੇ ਵਿੱਚ ਅੰਦੋਲਨ ਚੱਲੇ, ਉਹ ਉਦਾਰਵਾਦੀ ਯੁੱਗ ਕਿਹਾ ਜਾਂਦਾ ਹੈ। ਉਸ ਸਮੇਂ ਨੂੰ ਉਦਾਰਵਾਦੀ ਯੁੱਗ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇਤਾਵਾਂ ਨੇ ਆਪਣੇ ਜਿਹੜੇ ਵਿਚਾਰ ਸੀ, ਆਪਣੀਆਂ ਮੰਗਾਂ ਸੀ, ਉਹ ਬੜੇ ਉਦਾਰਵਾਦੀ ਢੰਗ ਨਾਲ, ਸੰਵਿਧਾਨਿਕ ਢੰਗ ਨਾਲ, ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਹਿੰਸਾ ਤੋਂ ਦੂਰ ਰਹਿ ਕੇ ਅਹਿੰਸਾ ਦੇ ਅਧੀਨ ਆਪਣੀਆਂ ਮੰਗਾਂ ਨੂੰ ਪੂਰਤੀ ਕਰਾਉਣ ਵਾਸਤੇ ਅੰਗਰੇਜ਼ ਸਰਕਾਰ ਨਾਲ ਉਹ ਵਾਰਤਾਲਾਪ ਕਰਦੇ ਸੀ, ਮੰਗ ਪੱਤਰ ਵਗੈਰਾ ਦਿੰਦੇ ਸੀ। ਸੋ ਕਿਉਂਕਿ INC ਤੋਂ ਭਾਵ ਬੇਟਾ ਯਾਦ ਰੱਖਣਾ ਹੈ ਇੰਡੀਅਨ ਨੈਸ਼ਨਲ ਕਾਂਗਰਸ, ਉਹਦਾ ਸ਼ਾਰਟ ਨਾਮ ਆਪਾਂ ਉਹਨੇ ਰੱਖਿਆ ਪੂਰੀ ਤਰ੍ਹਾਂ ਨਾਲ ਉਦਾਰਵਾਦੀ ਨੇਤਾਵਾਂ। ਉਹ ਉਹਨਾਂ ਦੇ ਨਾਮ ਕਿਹੜੇ ਸੀ ਬੇਟਾ? ਕਈ ਵਾਰ ਪ੍ਰਸ਼ਨ ਆਉਂਦਾ ਉਦਾਰਵਾਦੀ ਨੇਤਾਵਾਂ ਦੇ ਨਾਮ ਦੱਸੋ। ਫਿਰੋਜ਼ ਸ਼ਾਹ ਮਹਿਤਾ, ਦਾਦਾ ਭਾਈ ਨੌਰੋਜੀ, ਸੁਰਿੰਦਰ ਨਾਥ ਬੈਨਰਜੀ, ਗੋਪਾਲ ਕ੍ਰਿਸ਼ਨ ਗੋਖਲੇ, ਮਦਨ ਮੋਹਨ ਮਾਲਵੀਆ ਆਦਿ ਅਧੀਨ ਕਾਰਜ ਕਰਦੀ ਰਹੀ। ਇਹ ਬੇਟਾ ਸਾਰੇ ਦੇ ਸਾਰੇ ਕੀ ਸੀਗੇ? ਉਦਾਰਵਾਦੀ ਨੇਤਾ ਸੀ। ਇਹਨਾਂ ਨੂੰ ਤੁਸੀਂ ਨਾਮ ਸੁਣੇ ਵੀ ਹੋਣਗੇ, ਪਰ ਤੁਸੀਂ ਇਹਨਾਂ ਨੂੰ ਯਾਦ ਰੱਖਣਾ। ਇਹ ਇੱਕ ਉਦਾਰਵਾਦੀ ਨੇਤਾਵਾਂ ਦੇ ਜਿਹੜੇ ਨਾਮ ਨੇ ਉਹਨਾਂ ਦੀ ਲਿਸਟ ਹੈ। ਇਹ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਉਹਨਾਂ ਦੇ ਅਧੀਨ ਉਹਨਾਂ ਦੀ ਵਿਚਾਰਧਾਰਾ ਦੇ ਅਕੋਰਡਿੰਗਲੀ ਕੰਮ ਕਰਦੀ ਰਹੀ। ਦੇਖੋ ਆਹ ਸਾਡੇ ਕੋਲ ਪਿਕਚਰਸ ਵੀ ਆ ਗਈਆਂ। ਦਾਦਾ
ਦਾਦਾ ਭਾਈ ਨਾਰੋਜੀ ਦੀ ਪਿਕਚਰ ਆ ਗਈ ਸਾਡੇ ਕੋਲੇ। ਇੱਧਰ ਫਿਰੋਜ਼ ਸ਼ਾਹ ਮਹਿਤਾ ਜੀ ਦੀ ਪਿਕਚਰ ਆ ਗਈ। ਇਹ ਸਾਰੇ ਉਦਾਰਵਾਦੀ ਨੇਤਾ ਸੀਗੇ। ਅੱਗੇ ਸਾਡੇ ਕੋਲੇ ਦੇਖੋ ਸੁਰਿੰਦਰਨਾਥ ਬੈਨਰਜੀ ਦੀ ਪਿਕਚਰ ਆ ਗਈ। ਇੱਧਰਲੇ ਪਾਸੇ ਲੈਫਟ ਸਾਈਡ 'ਤੇ ਸੈਂਟਰ ਦੇ ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਜੀ ਆ ਗਏ। ਇੱਧਰਲੇ ਪਾਸੇ ਮਦਨ ਮੋਹਨ ਮਾਲਵੀਆ ਜੀ ਆ ਗਏ। ਇਹ ਸਾਰੀਆਂ ਬੇਟਾ ਉਦਾਰਵਾਦੀ ਨੇਤਾਵਾਂ ਦੀਆਂ ਪਿਕਸ ਨੇ, ਜਿਨ੍ਹਾਂ ਦੇ ਨਾਮ ਦੇ ਉੱਤੇ ਬਾਅਦ ਦੇ ਵਿੱਚ ਭਾਰਤੀ ਡਾਕਖਾਨਿਆਂ ਦੇ ਵਿੱਚ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਸੀ, ਜਿਹੜੀਆਂ ਲੈਟਰਸ ਦੇ ਉੱਪਰ ਚਿਪਕੇ ਪੇਸਟ ਕਰਕੇ ਅਸੀਂ ਲੈਟਰ ਪੋਸਟ ਕਰਦੇ ਹੁੰਦੇ ਹਾਂ। ਸੋ ਹੁਣ ਆਪਾਂ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਦੇਖੋ ਉਹੀ ਗੱਲ ਕੀਤੀ ਸੀ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਇਹਨਾਂ ਦਾ ਮੁੱਖ ਮਕਸਦ ਆਜ਼ਾਦੀ ਪ੍ਰਾਪਤ ਨਹੀਂ ਸੀ ਕਰਨਾ। ਇਹਨਾਂ ਨੂੰ ਤਾਂ ਲੋਕਾਂ ਵਾਸਤੇ ਸਹੂਲਤਾਂ ਪ੍ਰਾਪਤ ਕਰਨਾ ਸੀ, ਕੁਝ ਰਾਈਟਸ ਪ੍ਰਾਪਤ ਕਰਨਾ ਸੀ। ਸੋ ਇਹੀ ਆਪਾਂ ਹੁਣ ਅੱਜ ਪੜ੍ਹਦੇ ਹਾਂ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਜਿਹੜੇ ਉਦੇਸ਼ ਕੀ ਸੀ, ਸਥਾਪਨਾ ਕਰਨ ਦੇ ਉਦੇਸ਼ ਕੀ ਸੀ। ਪਹਿਲਾਂ ਤਾਂ ਆਪਾਂ ਕੀਤਾ ਸੀ ਵੀ ਭਾਰਤ ਦੀ ਗੱਲ ਕਰੇ, ਵੀ ਇੱਕ ਛੋਟੇ ਛੋਟੇ ਰਾਜਾਂ ਦੀ ਥਾਂ 'ਤੇ, ਪ੍ਰਾਂਤਾਂ ਦੀ ਥਾਂ 'ਤੇ ਇੱਕ ਦੇਸ਼ ਦੀ ਗੱਲ ਕਰੇ। ਸੋ ਉਹ ਇਹਨਾਂ ਦੇ ਉਦੇਸ਼ ਕੀ ਸੀ, ਉਹਨਾਂ ਬਾਰੇ ਆਪਾਂ ਕਰਦੇ ਹਾਂ। ਕਹਿੰਦਾ ਜੀ ਦੇਸ਼ ਦੇ ਵੱਖ-ਵੱਖ ਭਾਗਾਂ, ਉਹੀ ਵੱਖ-ਵੱਖ ਰਾਜਾਂ ਦੇ ਵਿੱਚ, ਪ੍ਰਾਂਤਾਂ ਦੇ ਵਿੱਚ ਦੇਸ਼ ਭਲਾਈ ਦੇ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਕਰਨਾ, ਉਹਨਾਂ ਨੂੰ ਇਕੱਠੇ ਕਰਨਾ। ਦੇਖੋ ਅੱਡ-ਅੱਡ ਪ੍ਰਾਂਤ, ਕੋਈ ਪੰਜਾਬ ਦੇ ਵਿੱਚ ਬੈਠਾ ਪੰਜਾਬ ਦੀ ਭਲਾਈ ਦਾ ਕੰਮ ਕਰੀ ਜਾਂਦਾ, ਕੋਈ ਗੁਜਰਾਤ 'ਚ ਬੈਠਾ, ਕੋਈ ਬਿਹਾਰ 'ਚ ਬੈਠਾ, ਕੋਈ ਬੰਗਾਲ 'ਚ ਬੈਠਾ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਕ ਪਲੇਟਫਾਰਮ ਤਿਆਰ ਕੀਤਾ ਵੀ ਇਹਨਾਂ ਸਾਰੇ ਲੋਕਾਂ ਨਾਲ ਸੰਪਰਕ ਕੀਤਾ ਜਾਵੇ ਜੋ ਆਪਣੇ ਦੇਸ਼ ਬਾਰੇ ਸੋਚਦੇ ਨੇ, ਉਹਨਾਂ ਨਾਲ ਮਿੱਤਰਤਾ ਕਾਇਮ ਕੀਤੀ ਜਾਵੇ, ਉਹਨਾਂ ਨਾਲ ਇਕੱਠੇ ਹੋ ਕੇ ਕੰਮ ਕੀਤਾ ਜਾਵੇ, ਤਾਂ ਜੋ ਅੰਗਰੇਜ਼ੀ ਸਰਕਾਰ ਦੇ ਉੱਤੇ ਅਸੀਂ ਵੱਧ ਪ੍ਰੈਸ਼ਰ ਪਾ ਸਕੀਏ ਸਾਡੀਆਂ ਮੰਗਾਂ ਪੂਰੀਆਂ ਕਰਵਾਉਣ ਵਾਸਤੇ। ਸੋ ਇਹਨਾਂ ਦੀ ਇੱਕ ਪ੍ਰਮੁੱਖ ਉਦੇਸ਼ ਸੀ। ਇਸ ਤੋਂ ਇਲਾਵਾ ਹੋਰ ਕੀ ਸੀ, ਲੋਕਾਂ ਦੀ ਭਲਾਈ ਕਰਨ ਲਈ ਸਰਕਾਰ ਅਤੇ ਮੰਗ ਪੱਤਰ ਦੇਣਾ। ਆਪਾਂ ਹੁਣ ਹੀ ਪੜ੍ਹ ਕੇ ਆਏ ਬੇਟਾ ਉਦਾਰਵਾਦੀ ਇਹ ਜੈਂਟਲ ਤਰੀਕੇ ਨਾਲ ਰਿਕੁਐਸਟ ਬੇਸਿਸ ਦੇ ਨਾਲ ਡਿਮਾਂਡ ਲੈਟਰਸ ਦਿੰਦੇ ਸੀ, ਮੰਗ ਪੱਤਰ ਦਿੰਦੇ ਸੀ ਅਤੇ ਪ੍ਰਾਰਥਨਾ ਪੱਤਰ ਪੇਸ਼ ਕਰਦੇ ਸੀ। ਰਿਕੁਐਸਟ ਫਾਰਮ ਦੇ ਵਿੱਚ ਇਹ ਆਪਣਾ ਕੰਮ ਕਰਵਾਉਣਾ ਚਾਹੁੰਦੇ ਸੀ। ਇਹ ਇਹਨਾਂ ਦਾ ਪ੍ਰਮੁੱਖ ਉਦੇਸ਼ ਸੀ। ਉਦਾਰਵਾਦੀ ਸੀਗੇ ਉਸ ਸਮੇਂ। ਭਾਰਤੀ ਲੋਕਾਂ ਵਿੱਚ ਜਾਤੀਵਾਦ, ਪ੍ਰਾਂਤਵਾਦ ਅਤੇ ਧਾਰਮਿਕ ਭੇਦਭਾਵ ਨੂੰ ਖਤਮ ਕਰਨਾ। ਬੇਟਾ ਉਸ ਸਮੇਂ ਭਾਰਤੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਸੀ, ਜਿਹਦੇ ਵਿੱਚੋਂ ਜਾਤੀਵਾਦ ਇੱਕ ਸੀ, ਪ੍ਰਾਂਤਵਾਦ ਆਪਦੇ ਪ੍ਰਾਂਤ ਦੇ ਬਾਰੇ ਹੀ ਸੋਚਣਾ, ਸਿਰਫ ਆਪਦੇ ਰਾਜ ਬਾਰੇ ਹੀ ਸੋਚਣਾ ਵੀ ਮੇਰੇ ਰਾਜ ਦਾ ਭਲਾਈ ਹੋਵੇ ਜਾਂ ਮੇਰੇ ਆਂਢ ਗੁਆਂਢ 'ਚ ਭਲਾਈ ਹੋਵੇ, ਦੇਸ਼ ਦੀ ਗੱਲ ਨਾ ਕਰਨਾ। ਜਾਂ ਧਾਰਮਿਕ ਭੇਦਭਾਵ, ਬਹੁਤ ਸਾਰੇ ਧਾਰਮਿਕ ਭੇਦਭਾਵ ਸਮਾਜ ਦੇ ਵਿੱਚ ਪਾਏ ਜਾਂਦੇ ਸੀ। ਇਹ ਜੇ ਦੂਰ ਹੋਣਗੀਆਂ ਤਾਂ ਹੀ ਰਾਸ਼ਟਰੀ ਚੇਤਨਾ ਪੈਦਾ ਹੋਊਗੀ। ਸੋ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੁੱਖ ਮਕਸਦ ਸੀ ਵੀ ਜਾਤੀਵਾਦ ਨੂੰ ਦੂਰ ਕੀਤਾ ਜਾਵੇ, ਪ੍ਰਾਂਤਵਾਦ ਨੂੰ ਮਨਾਂ ਦੇ ਵਿੱਚੋਂ ਕੱਢਿਆ ਜਾਵੇ, ਧਾਰਮਿਕ ਭੇਦਭਾਵ ਹੈ ਜਿਹੜੀ ਉਸ ਨੂੰ ਦੂਰ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਪ੍ਰੋਡਿਊਸ ਕੀਤਾ ਜਾਵੇ, ਕੀ ਪੈਦਾ ਕੀਤਾ ਜਾਵੇ, ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕੀਤੀ ਜਾਵੇ, ਤਾਂ ਜੋ ਆਪਣੇ ਰਾਸ਼ਟਰ ਬਾਰੇ ਸੋਚਣ ਅਤੇ ਅੰਗਰੇਜ਼ਾਂ ਤੋਂ ਆਪਣੇ ਰਾਸ਼ਟਰ ਨੂੰ ਆਜ਼ਾਦ ਕਰਵਾਉਣ ਬਾਰੇ ਜਾਂ ਆਪਣੇ ਕੁਝ ਅਧਿਕਾਰ ਪ੍ਰਾਪਤ ਕਰਨ ਵਾਲੇ ਇਕਜੁੱਟ ਹੋ ਸਕਣ। ਉਹ ਤਾਂ ਹੀ ਪੋਸੀਬਲ ਸੀ ਜੇ ਸਮਾਜ ਦੀਆਂ ਇਹ ਕੁਰੀਤੀਆਂ ਦੂਰ ਹੋ ਜਾਂਦੀਆਂ। ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਸੁਧਾਰ ਕਰਨ ਲਈ ਸੁਝਾਅ ਇਕੱਠੇ ਕਰਨਾ। ਬੇਟਾ ਦੇਖੋ ਉਸ ਸਮੇਂ ਆਪਾਂ ਦੇਖਿਆ ਸੀ ਵੀ ਸਮਾਜ ਦੇ ਵਿੱਚ ਸਮਾਜਿਕ ਅਤੇ ਆਰਥਿਕ ਸਥਿਤੀਆਂ ਬਹੁਤ ਮਾੜੀਆਂ ਸੀ। ਉਹਨਾਂ ਨੂੰ ਦੂਰ ਕਰਨ ਵਾਸਤੇ, ਉਹਨਾਂ ਨੂੰ ਸਹੀ ਕਰਨ ਵਾਸਤੇ ਕਿਹਦੇ ਚੰਗੇ ਸੁਝਾਅ ਸੀ, ਉਹਨਾਂ ਨੂੰ ਇਕੱਤਰਿਤ ਕਰਕੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ, ਉਹਨਾਂ ਨੂੰ ਪ੍ਰੈਕਟੀਕਲ ਰੂਪ ਦਿੱਤਾ ਜਾਵੇ। ਇਹ ਵੀ ਇਸ ਦਾ ਇੱਕ ਮੁੱਖ ਮਕਸਦ ਸੀ। ਇਸ ਤੋਂ ਇਲਾਵਾ ਉਹ ਪਲੈਨਿੰਗ ਕਰਦੇ ਸੀ ਵੀ ਫਿਊਚਰ ਪਲੈਨਿੰਗ, ਆਉਣ ਵਾਲੇ 12 ਮਹੀਨਿਆਂ ਲਈ, ਅੱਗੇ ਆਉਣ ਵਾਲੇ ਵੀ ਅਸੀਂ ਕੀ ਕੰਮ ਕਰਾਂਗੇ। ਰਾਸ਼ਟਰਵਾਦੀਆਂ ਦੁਆਰਾ ਦੇਸ਼ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨਾ। ਬੇਟਾ ਮੂੰਹ ਜ਼ਬਾਨੀ ਕੰਮ ਨਹੀਂ ਕੀਤਾ ਜਾਂਦਾ ਸੀ, ਪਲੈਨਿੰਗ ਕੀਤੀ ਜਾਂਦੀ ਸੀ ਵੀ ਅਗਲੇ ਮਹੀਨਿਆਂ ਦੇ ਵਿੱਚ ਅਸੀਂ ਕੀ ਕੁਛ ਕਰ ਸਕਦੇ ਹਾਂ, ਕਦੋਂ ਕਿਹੜਾ ਇਵੈਂਟ ਕਰ ਸਕਦੇ ਹਾਂ, ਦੇਸ਼ ਦੀ ਭਲਾਈ ਵਾਸਤੇ, ਲੋਕਾਂ ਦੇ ਹਿੱਤ ਵਾਸਤੇ ਅਸੀਂ ਕਿਹੜੇ ਕਾਰਜ ਹੋਰ ਕਰਨੇ ਨੇ, ਉਹਨੂੰ ਇੱਕ ਪਲੈਨਿੰਗ ਰੂਪ ਦੇ ਵਿੱਚ ਆਲਰੇਡੀ ਪਲੈਨ ਕੀਤਾ ਜਾਂਦਾ ਸੀ। ਉਸ ਲਈ ਅਸੀਂ ਇਹਨੂੰ ਬੋਲਦੇ ਹਾਂ ਵੀ ਅਗਲੇ 12 ਮਹੀਨਿਆਂ ਦੀ ਵੀ ਪਲੈਨਿੰਗ ਕਰਕੇ ਚੱਲਦੇ ਸੀ ਨਾਲ। ਇਸ ਤੋਂ ਇਲਾਵਾ ਬੇਟਾ ਅੱਗੇ ਆਪਾਂ ਦੇਖਦੇ ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਮੁੱਖ ਮੰਗਾਂ। ਹੁਣ ਉਹਨਾਂ ਨੇ ਮੰਗਾਂ ਕੀ ਰੱਖੀਆਂ, ਉਹਨਾਂ ਦੀ ਡਿਮਾਂਡਸ ਕੀ ਸੀਗੀਆਂ, ਉਹਦੇ ਬਾਰੇ ਆਪਾਂ ਦੇਖਾਂਗੇ। ਪਹਿਲਾਂ ਤਾਂ ਆਪਾਂ ਉਦੇਸ਼ ਦੇਖੇ ਸੀ ਵੀ ਸਥਾਪਿਤ ਕਿਉਂ ਕੀਤਾ ਗਿਆ। ਹੁਣ ਅਸੀਂ ਦੇਖਦੇ ਹਾਂ ਵੀ ਉਹ ਮੰਗਦੇ ਕੀ ਸੀ, ਚਾਹੁੰਦੇ ਕੀ ਸੀ, ਸਰਕਾਰ ਅੱਗੇ ਕਿਹੜੇ ਮੰਗ ਪੱਤਰ ਦਿੰਦੇ ਸੀ, ਕਿਹੜੀਆਂ ਰਿਕੁਐਸਟ ਫਾਰਮ ਦਿੰਦੇ ਸੀ, ਉਸ ਨੂੰ ਆਪਾਂ ਦੇਖਦੇ ਹਾਂ। ਕੀ ਸੀ ਜੀ, ਇੰਡੀਅਨ ਨੈਸ਼ਨਲ ਕਾਂਗਰਸ ਕੇਂਦਰੀ ਅਤੇ ਪ੍ਰਾਂਤੀ ਵਿਧਾਨ ਸਭਾਵਾਂ ਵਿੱਚ ਭਾਰਤੀ ਲੋਕਾਂ ਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦਿੱਤਾ ਜਾਵੇ। ਦੇਖੋ ਬੇਟਾ ਉਸ ਸਮੇਂ ਕੇਂਦਰ ਦੀ ਸਰਕਾਰ ਵੀ ਸੀ, ਉਹ ਵੀ ਅੰਗਰੇਜ਼ਾਂ ਦੇ ਅਧੀਨ ਸੀ। ਪ੍ਰਾਂਤੀय ਜਿਹੜੀ ਵਿਧਾਨ ਸਭਾਵਾਂ ਸੀਗੀਆਂ, ਰਾਜ ਵਿਧਾਨ ਸਭਾ ਹੁਣ ਜਿਹਨੂੰ ਆਪਾਂ ਬੋਲਦੇ ਹਾਂ, ਉਹਨਾਂ ਦੇ ਵਿੱਚ ਵੀ ਅੰਗਰੇਜ਼ਾਂ ਦਾ ਹੀ ਬੋਲਬਾਲਾ ਸੀ, ਉਹਨਾਂ ਦੇ ਹੀ ਨੋਮੀਨੇਟਡ ਪੀਪਲਸ ਰਾਜ ਕਰਦੇ ਸੀ। ਤਾਂ ਇਹਨਾਂ ਦੀ ਡਿਮਾਂਡ ਸੀ ਵੀ ਭਾਰਤੀ ਲੋਕਾਂ ਨੂੰ ਵੀ ਆਪਣੇ ਪ੍ਰਤੀਨਿਧੀ ਚੁਣਨ ਦਾ ਰਾਈਟ, ਜਿਹਨੂੰ ਆਪਾਂ ਰਾਈਟ ਟੂ ਵੋਟ ਬੋਲਦੇ ਹਾਂ, ਆਪਣੇ ਵੋਟ ਕਰਕੇ ਅਸੀਂ ਆਪਣਾ ਇੱਕ ਰਿਪਰੈਜ਼ੈਂਟੇਟਿਵ ਚ ਹੁੰਦੇ ਹਾਂ ਨਾ। ਸੋ ਇਹਨਾਂ ਦੀ ਮੁੱਖ ਮੰਗ ਸੀ ਵੀ ਜਿਹੜੀਆਂ ਇਹ ਕੇਂਦਰੀ ਅਤੇ ਪ੍ਰਾਂਤਿਕ ਵਿਧਾਨ ਸਭਾਵਾਂ ਨੇ, ਉਹਨਾਂ ਦੇ ਵਿੱਚ ਸਾਨੂੰ ਆਪਣੇ ਰਿਪਰੈਜ਼ੈਂਟੇਟਿਵ ਚੁਣਨ ਲਈ ਅਧਿਕਾਰਤ ਕੀਤਾ ਜਾਵੇ, ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ, ਤਾਂ ਜੋ ਸਾਡੀਆਂ ਗੱਲਾਂ ਵੀ, ਸਾਡੀਆਂ ਮੰਗਾਂ ਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਦੇਸ਼ ਵਿੱਚ ਸਿੱਖਿਆ ਦਾ ਪ੍ਰਸਾਰ ਕੀਤਾ ਜਾਵੇ। ਬੇਟਾ ਐਜੂਕੇਸ਼ਨ,
ਐਜੂਕੇਸ਼ਨ ਦਾ ਜਿੰਨਾ ਪ੍ਰਸਾਰ ਹੋਊਗਾ ਉਹਨੇ ਲੋਕਾਂ ਦੇ ਮਨਾਂ ਦੇ ਵਿੱਚੋਂ ਪੁਰਾਣੇ ਰੀਤੀ ਰਿਵਾਜ, ਪੁਰਾਣੀਆਂ ਖੋਖਲੀਆਂ ਜਿਹੜੀਆਂ ਭੇਦ ਭਾਵ ਨੇ ਇਹ ਦੂਰ ਹੋਣਗੇ। ਲਿਟਰੇਰੀ ਲੋਕ ਹੋਣਗੇ, ਪੜ੍ਹੇ ਲਿਖੇ ਲੋਕ ਹੋਣਗੇ, ਸਮਾਜ ਉਸਾਰੂ ਵਿਚਾਰ ਹੋਣਗੇ। ਉਹ ਕਾਹਦੇ ਨਾਲ ਸੰਭਵ ਹੈ? ਸਿੱਖਿਆ ਦਾ ਪ੍ਰਸਾਰ। ਸਭ ਤੋਂ ਇੰਪੋਰਟੈਂਟ ਚੀਜ਼ ਸੀ ਵੀ ਸਿੱਖਿਆ ਮੰਗਦੇ ਸੀ, ਵੀ ਐਜੂਕੇਸ਼ਨ ਦਿੱਤੀ ਜਾਵੇ ਕਿਸੇ ਨੂੰ। ਜੇ ਐਜੂਕੇਸ਼ਨ ਜਿਹੜਾ ਬੰਦੇ ਨੇ ਪ੍ਰਾਪਤ ਕਰ ਲਈ, ਉਹਦਾ ਮਨ ਦੇ ਵਿਚਾਰ, ਉਹਦੀ ਸੋਚਣ ਸ਼ਕਤੀ ਚੇਂਜ ਹੋ ਜਾਂਦੀ ਹੈ। ਸੋ ਸਭ ਤੋਂ ਇੰਪੋਰਟੈਂਟ ਇੰਸਟਰੂਮੈਂਟ ਸੀਗਾ ਪ੍ਰੋਵਾਈਡ ਕਰੋ, ਵੀ ਐਜੂਕੇਸ਼ਨ ਪ੍ਰੋਵਾਈਡ ਕਰੋ ਦੇਸ਼ ਦੇ ਵਿੱਚ, ਇਸ ਦਾ ਪ੍ਰਸਾਰ ਕੀਤਾ ਜਾਵੇ। ਇਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਪ੍ਰਮੁੱਖ ਮੰਗ ਸੀ। ਇਸ ਤੋਂ ਅੱਗੇ ਬੇਟਾ ਜੀ, ਭਾਰਤੀ ਲੋਕਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚੀਆਂ ਨੌਕਰੀਆਂ 'ਤੇ ਨਿਯੁਕਤ ਕੀਤਾ ਜਾਵੇ। ਬੜੀ ਵੱਡੀ ਡਿਮਾਂਡ ਸੀ ਬੇਟਾ, ਆਪਾਂ ਪੜ੍ਹ ਕੇ ਚੁੱਕੇ ਹਾਂ ਪਾਰਟ 1 ਦੇ ਵਿੱਚ ਵੀ ਇੱਕੋ ਜਿਹੀ ਕੁਆਲੀਫਿਕੇਸ਼ਨ ਪ੍ਰਾਪਤ ਕਰਦੇ ਸੀ, ਈਵਨ ਕਿ ਇੱਕੋ ਜਿਹੀ ਪੋਸਟ 'ਤੇ ਵੀ ਲੱਗ ਜਾਂਦੇ ਸੀ, ਤਾਂ ਵੀ ਕਦੇ ਸੈਲਰੀ ਘੱਟ ਸੀ ਜਾਂ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਸੀ ਦਿੱਤੀ ਜਾਂਦੀ। ਭਾਰਤੀ ਲੋਕਾਂ ਨੂੰ ਸਿਰਫ ਇੱਕ ਕਲੈਰੀਕਲ ਜੋਬ ਤੱਕ ਹੀ ਸੀਮਿਤ ਕੀਤਾ ਜਾਂਦਾ ਸੀ। ਸੋ ਇਹਨਾਂ ਨੇ ਡਿਮਾਂਡ ਕੀਤੀ ਵੀ ਭਾਰਤੀ ਲੋਕਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਨੌਕਰੀ ਮਿਲੇ ਅਤੇ ਭੱਤੇ ਮਿਲਣ, ਤਨਖਾਹਾਂ ਮਿਲਣ। ਸੋ ਉੱਚ ਪ੍ਰਮੋਸ਼ਨ ਵੀ ਦਿੱਤੀ ਜਾਵੇ। ਇਕੱਲਾ ਇੱਕ ਬੰਦਾ ਸਾਰੀ ਉਮਰ ਕਲੈਰੀਕਲ ਜਾਂ ਉਸ ਤੋਂ ਸਿਪਾਹੀ ਜਾਂ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਉੱਤੇ ਹੀ ਰਿਟਾਇਰ ਨਾ ਹੋਵੇ। ਇਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਮੁੱਖ ਮੰਗ ਸੀ ਵੀ ਭਾਰਤੀ ਲੋਕਾਂ ਨੂੰ ਯੋਗਤਾ ਦੇ ਅਨੁਸਾਰ ਉੱਚ ਨੌਕਰੀਆਂ 'ਤੇ ਨਿਯੁਕਤ ਕੀਤਾ ਜਾਵੇ। ਇਸ ਤੋਂ ਅੱਗੇ ਬੇਟਾ ਦੇਖੋ, ਪਿਕਚਰ ਵੀ ਸ਼ੋਅ ਕਰ ਰਹੀ ਹੈ, ਪ੍ਰੈਸ ਉੱਤੇ ਲਗਾਈਆਂ ਨਾਜਾਇਜ਼ ਬੰਦਿਸ਼ਾਂ ਨੂੰ ਹਟਾਇਆ ਜਾਵੇ। ਬੇਟਾ ਆਪਾਂ ਦੇਖ ਚੁੱਕੇ ਹਾਂ ਵੀ ਸਾਡਾ ਲਿਟਰੇਚਰ ਸੀ, ਜਿਹੜਾ ਸਾਡੇ ਅਖਬਾਰ ਸੀ, ਆਪਾਂ ਪਾਰਟ 1 ਦੇ ਵਿੱਚ ਪੜ੍ਹੇ ਸੀ ਵੀ ਉਹਦੇ ਵਿੱਚ ਉਹ ਅੰਗਰੇਜ਼ ਸਰਕਾਰਾਂ ਦੇ ਜਿਹੜੇ ਉਹਨਾਂ ਅਤਿਆਚਾਰ ਕਰਦੇ ਸੀ ਭਾਰਤੀਆਂ 'ਤੇ, ਉਹਦੀ ਬੜੀ ਡਿਟੇਲ ਦੇ ਵਿੱਚ ਲਿਖਦੇ ਸੀ। ਸੋ ਅੰਗਰੇਜ਼ਾਂ ਨੇ ਪ੍ਰੈਸ ਦੇ ਉੱਤੇ ਪਾਬੰਦੀਆਂ ਲਾਦੀਆਂ ਸੀ, ਪ੍ਰੈਸ ਨੂੰ ਐ ਬੰਨ੍ਹ ਦਿੱਤਾ ਸੀ। ਜਦੋਂ ਤੁਹਾਡੇ ਸਾਹਮਣੇ ਪਿਕਚਰ ਦੇ ਵਿੱਚ ਦਿਖਾਇਆ ਗਿਆ ਵੀ ਮੀਡੀਆ ਨੂੰ ਜਕੜਿਆ ਗਿਆ ਜੰਜੀਰਾਂ ਦੇ ਵਿੱਚ। ਸੋ ਇਹਨਾਂ ਦੀ ਡਿਮਾਂਡ ਸੀ ਵੀ ਮੀਡੀਆ ਨੂੰ ਆਜ਼ਾਦ ਰੱਖਿਆ ਜਾਵੇ। ਜੇ ਸਹੀ ਗੱਲ ਜਦੋਂ ਮੀਡੀਆ ਕਰ ਰਿਹਾ ਤਾਂ ਲੋਕਾਂ ਨੂੰ ਉਹ ਚੀਜ਼ ਦਾ ਪਤਾ ਹੋਣਾ ਚਾਹੀਦਾ। ਉਰੇ ਗੌਰਮੈਂਟ ਤੋਂ ਭਾਵ ਹੈ ਬੇਟਾ ਅੰਗਰੇਜ਼ੀ ਸਰਕਾਰ। ਅੰਗਰੇਜ਼ੀ ਸਰਕਾਰ ਨੇ ਮੀਡੀਆ ਨੂੰ ਕੈਦ ਕੀਤਾ ਹੋਇਆ ਸੀ, ਬਹੁਤ ਸਾਰੀਆਂ ਬੰਦਿਸ਼ਾਂ ਲਾਈਆਂ ਹੋਈਆਂ ਸੀ। ਸੋ ਇਹਨਾਂ ਦੀ ਡਿਮਾਂਡ ਸੀ ਵੀ ਉਸ ਨੂੰ ਵੀ ਆਜ਼ਾਦੀ ਦਿੱਤੀ ਜਾਵੇ। ਹੋਰ ਇਹਨਾਂ ਦੀਆਂ ਪ੍ਰਮੁੱਖ ਮੰਗਾਂ ਦੇ ਵਿੱਚੋਂ ਬੇਟਾ ਉਸ ਸਮੇਂ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ, ਵੀ ਭ੍ਰਿਸ਼ਟਾਚਾਰ ਨੂੰ ਜੜੋਂ ਮੁਕਾਇਆ ਜਾਵੇ। ਪ੍ਰਸ਼ਾਸਨ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾਵੇ। ਬੇਟਾ ਭ੍ਰਿਸ਼ਟਾਚਾਰ ਤਾਂ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਜਦੋਂ ਇਹ ਆ ਜਾਂਦਾ ਤਾਂ ਫਿਰ ਇਹਦੇ ਨਾਲ ਹੋਰ ਬਹੁਤ ਸਾਰੀਆਂ ਬੁਰਾਈਆਂ ਆਉਂਦੀਆਂ ਨੇ। ਸੋ ਲੋਕਾਂ ਦੀ ਉਸ ਸਮੇਂ ਦੀ INC ਦੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਇਹ ਵੀ ਮੰਗ ਸੀ ਵੀ ਕਰਪਸ਼ਨ ਜਿਹੜੀ ਫੈਲ ਚੁੱਕੀ ਹੈ, ਸਾਰੇ ਰਗ ਰਗ ਦੇ ਵਿੱਚ ਫੈਲ ਚੁੱਕੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ, ਪ੍ਰਸ਼ਾਸਨ ਦੇ ਵਿੱਚ, ਉਸ ਨੂੰ ਦੂਰ ਕਰਕੇ ਲੋਕ ਭਲਾਈ ਦੇ ਕਾਰਜ ਕੀਤੇ ਜਾਣ। ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ, ਉਸ ਸਮੇਂ ਬੇਟਾ ਉਹ ਕਹਿੰਦੇ ਸੀ ਵੀ ਸੈਨਾ ਉੱਤੇ ਇੰਨਾ ਜ਼ਿਆਦਾ ਬਜਟ ਕੀਤਾ ਜਾ ਰਿਹਾ, ਖਰਚਾ ਕੀਤਾ ਜਾ ਰਿਹਾ ਹੈ, ਜਦ ਕਿ ਲੋਕ ਭੁੱਖੇ ਮਰ ਰਹੇ ਨੇ, ਉਹਨਾਂ ਦਾ ਲਿਵਿੰਗ ਸਟੈਂਡਰਡ ਬਹੁਤ ਬੁਰੀ ਹਾਲਤ ਦੇ ਵਿੱਚ ਹੈ। ਸੋ ਉਹਨਾਂ ਦੀ ਡਿਮਾਂਡ ਸੀ ਵੀ ਸੈਨਾ ਉੱਤੇ ਖਰਚ ਘੱਟ ਕੀਤਾ ਜਾਵੇ, ਲੋਕਾਂ ਦੀ ਭਲਾਈ ਉੱਤੇ ਖਰਚ ਵੱਧ ਤੋਂ ਵੱਧ ਕੀਤਾ ਜਾਵੇ। ਇਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਪ੍ਰਮੁੱਖ ਮੰਗ ਸੀ, ਤਾਂ ਜੋ ਭਾਰਤ ਦੇ ਲੋਕਾਂ ਨੂੰ 2 ਟਾਈਮ ਦੀ ਰੋਟੀ, ਖਾਣ ਪੀਣ, ਪਹਿਨਣ ਨੂੰ ਕੱਪੜਾ ਅਤੇ ਰਹਿਣ ਨੂੰ ਮਕਾਨ ਪ੍ਰੋਪਰਲੀ ਮਿਲ ਸਕੇ, ਉਹਨਾਂ ਨੂੰ ਨੌਕਰੀ ਮਿਲ ਸਕੇ। ਸੋ ਉਹਦਾ ਇੱਕੋ ਹੀ ਜ਼ਰੀਆ ਸੀ ਵੀ ਇਹ 'ਤੇ ਜਿਹੜੀ ਸੈਨਾ ਦੇ ਉੱਤੇ ਖਰਚਾ ਇੰਨਾ ਜ਼ਿਆਦਾ ਬਜਟ ਕੀਤਾ ਜਾਂਦਾ, ਉਸ ਨੂੰ ਰਿਡਿਊਸ ਕੀਤਾ ਜਾਵੇ ਅਤੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਉਹ ਪੈਸਾ ਖਰਚ ਟਰਾਂਸਫਰ ਕੀਤਾ ਜਾਵੇ। ਸੋ ਇਹ ਹੈ ਕਿਸਾਨਾਂ ਤੋਂ ਵਸੂਲੇ ਜਾਂਦੇ ਭੂਮੀ ਕਰ ਦੀ ਰਾਸ਼ੀ ਘਟਾਈ ਜਾਵੇ। ਬੇਟਾ ਅੰਗਰੇਜ਼ਾਂ ਨੇ ਤਾਂ ਕਿਸਾਨਾਂ ਦਾ ਖੂਨ ਪੀਣ ਤੱਕ ਦੀਆਂ ਨੀਤੀਆਂ ਬਣਾ ਦਿੱਤੀਆਂ ਸੀ। ਕਿਸਾਨਾਂ ਦੀ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸਾਨਾਂ ਦੀ ਸਥਿਤੀ ਕੀ ਹੈ, ਪਹਿਨਣ ਨੂੰ ਚੱਜ ਨਾਲ ਕੱਪੜੇ ਵੀ ਨਹੀਂ ਸੀ ਅਤੇ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ। ਸੋ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਹ ਵੀ ਡਿਮਾਂਡ ਕੀਤੀ ਵੀ ਉਹਨਾਂ ਤੋਂ ਜਿਹੜਾ ਭੂਮੀ ਕਰ ਲਿਆ ਜਾਂਦਾ ਹੈ ਉਸ ਦੀ ਰਾਸ਼ੀ ਘਟਾਈ ਜਾਵੇ, ਤਾਂ ਜੋ ਉਹਨਾਂ ਨੂੰ ਆਪਦੇ ਪਰਿਵਾਰ ਦੇ ਪਾਲਣ ਜੋਗੇ ਤਾਂ ਘੱਟੋ ਘੱਟ ਆਮਦਨ ਹੋ ਸਕੇ, ਜਾਂ ਉਹਨਾਂ ਦੀ ਆਪਦੀ ਆਮਦਨ ਦੇ ਵਿੱਚੋਂ ਹਿੱਸਾ ਉਹਨਾਂ ਕੋਲੇ ਬਕਾਇਆ ਬਚ ਸਕੇ। ਸੋ ਕਿਸਾਨਾਂ ਦੀ ਹਾਲਤ ਆਪਾਂ ਦੇਖਿਆ ਵੀ ਇੰਨੀ ਮਿਹਨਤ ਕਰਦੇ ਸੀ, ਪਰ ਉਹਨਾਂ ਦੇ ਪੱਲੇ ਫਿਰ ਵੀ ਕੁਛ ਨਹੀਂ ਸੀ ਪੈਂਦਾ, ਕਿਉਂਕਿ ਜਿੰਨੀ ਵੀ ਆਮਦਨ ਹੁੰਦੀ ਸੀ, ਜਿੰਨੀ ਵੀ ਫਸਲ ਹੁੰਦੀ ਸੀ, ਉਹ ਉਹਨਾਂ ਦਾ ਜ਼ਿਆਦਾਤਰ ਭਾਗ ਟੈਕਸ ਦੇ ਰੂਪ ਦੇ ਵਿੱਚ, ਕਰ ਦੇ ਰੂਪ ਦੇ ਵਿੱਚ ਅੰਗਰੇਜ਼ੀ ਸਰਕਾਰ ਉਹਨਾਂ ਤੋਂ ਲੈ ਲੈਂਦੀ ਸੀ। ਸਿੰਚਾਈ ਦੇ ਉਚਿਤ ਵਿਵਸਥਾ ਕੀਤੀ ਜਾਵੇ ਤਾਂ ਜੋ ਉਹ ਆਪਦੀ ਫਸਲ ਨੂੰ ਸਹੀ ਢੰਗ ਨਾਲ, ਆਪਾਂ ਦੇਖਿਆ ਵੀ ਪਾਣੀ ਸਿੰਚਾਈ ਵਾਸਤੇ ਸਾਧਨ ਪ੍ਰੋਪਰਲੀ ਮੁਹੱਈਆ ਨਹੀਂ ਸੀਗੇ ਕਿਸਾਨਾਂ ਨੂੰ ਸਿੰਚਾਈ ਕਰਨ ਵਾਸਤੇ। ਦੇਖੋ ਆਪਾਂ ਦੇਖਿਆ ਵੀ ਉਹਦੇ ਖੂਹ ਦੇ ਵਿੱਚੋਂ ਪਾਣੀ ਹੈ, ਉੱਧਰੋਂ ਬਲਦ ਲਾਏ ਹੋਏ ਨੇ। ਸੋ ਇਹਦੇ ਨਾਲ ਜਾਂ ਸਾਡੀ ਖੇਤੀਬਾੜੀ ਸੀ ਜਿਹੜੀ ਉਹ ਵਰਖਾ 'ਤੇ ਨਿਰਭਰ ਸੀ। ਸੋ ਉਹ ਡਿਮਾਂਡ ਕੀਤੀ ਗਈ ਵੀ ਇਹਨਾਂ ਦੀ ਜੇ ਆਮਦਨ ਵਧੂਗੀ ਤਾਂ ਹੀ ਇਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਚੇਂਜ ਹੋਊਗੀ। ਪਰ ਅੰਗਰੇਜ਼ ਕਦੋਂ ਚਾਹੁੰਦੇ ਸੀ? ਉਹਨਾਂ ਦਾ ਤਾਂ ਇੱਕੋ ਹੀ ਮਕਸਦ ਸੀ, ਭਾਰਤੀ ਕਿਰਤੀਆਂ ਦਾ, ਭਾਰਤੀ ਕਿਸਾਨਾਂ ਦਾ, ਵਪਾਰੀਆਂ ਦਾ ਵੱਧ ਤੋਂ ਵੱਧ ਮੁਨਾਫਾ ਲੁੱਟ ਕੇ ਆਪਦੇ ਦੇਸ਼ ਇੰਗਲੈਂਡ ਨੂੰ ਭੇਜਣਾ। ਪਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਹੁਤ ਐਫਰਟਸ ਕੀਤੀਆਂ ਵੀ ਉਹ ਕੁਛ ਨਾ ਕੁਛ ਇਸ ਤੋਂ ਪ੍ਰਾਪਤ ਕਰ ਸਕਣ। ਭਾਰਤ ਵਿੱਚ ਵੀ ਇੰਗਲੈਂਡ ਦੀ ਤਰ੍ਹਾਂ ICS ਦੀ ਪ੍ਰੀਖਿਆ ਬੇਟਾ ਬਹੁਤ ਇੰਪੋਰਟੈਂਟ ਹੈ। ਪ੍ਰਸ਼ਾਸਨਿਕ ਸਿੱਖਿਆ ਜਿਹੜੇ ਲੋਕ ਇਹਨੂੰ ਪਾਸ ਕਰਕੇ ਪ੍ਰਸ਼ਾਸਨਿਕ ਉਹਦੇ ਵਿੱਚ ਜੋਬ ਦੇ ਵਿੱਚ ਜਾਂਦੇ ਨੇ, ਇਹ ਕਹਿੰਦਾ ਵੀ ICS ਦੀ ਪ੍ਰੀਖਿਆ ਭਾਰਤ ਵਿੱਚ ਵੀ ਲੈਣ ਦਾ ਪ੍ਰਬੰਧ ਕੀਤਾ ਜਾਵੇ। ਪਹਿਲਾਂ ਇਹ ਪ੍ਰੀਖਿਆ ਸਿਰਫ ਇੰਗਲੈਂਡ ਵਿੱਚ ਲਈ ਜਾਂਦੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਡਿਮਾਂਡ ਕੀਤੀ ਵੀ ਇਹਨੂੰ ਭਾਰਤ ਵਿੱਚ ਵੀ ਲੈਣਾ ਸ਼ੁਰੂ ਕੀਤਾ ਜਾਵੇ।
ਤਾਂ ਜੋ ਭਾਰਤ ਦੇ ਲੋਕ ਵੀ ਇਸ ਨੂੰ ਅੱਗੇ ਪੜ੍ਹ ਸਕਣ। ਤਾਂ ਦੇਖੋ ਤੁਸੀਂ, ਤੁਹਾਡੇ ਯਾਦ ਹੋਵੇ ਇੱਕ ਬਹੁਤ ਵਾਰ ਪ੍ਰਸ਼ਨ ਆਇਆ ਹੈ, ICS ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਬੇਟਾ? ਸਤਿੰਦਰ ਨਾਥ ਟੈਗੋਰ। ਰਵਿੰਦਰ ਨਾਥ ਨਹੀਂ, ਸਤਿੰਦਰ, SAT, ਸਤਿੰਦਰ ਨਾਥ ਟੈਗੋਰ ਵਾਜ ਦਾ ਫਸਟ ਇੰਡੀਅਨ ਸਿਵਲ ਸਰਵਿਸ ਆਫੀਸਰ। ਇਹਨਾਂ ਨੇ ਸਿਵਲ ਸਰਵਿਸ ਪ੍ਰੀਖਿਆ ਪਾਸ ਕੀਤੀ ਸੀ। ਸਤਿੰਦਰ ਨਾਥ ਟੈਗੋਰ ਨੇ 1863 ਈਸਵੀ ਦੇ ਵਿੱਚ ਐਗਜ਼ਾਮ ਦਿੱਤਾ ਸੀ ਜਿਹੜਾ, ਉਹ ਇਹਨਾਂ ਨੇ ਪਾਸ ਕੀਤਾ ਸੀ, ਤੇ 1864 ਈਸਵੀ ਦੇ ਵਿੱਚ ਇਹਨਾਂ ਨੇ ਸਿਵਲ ਸਰਵਿਸਿਜ਼ ਜੁਆਇਨ ਕੀਤੀਆਂ ਸੀ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ICS ਜਾਂ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ? ਤੁਸੀਂ ਯਾਦ ਰੱਖਣਾ ਹੈ, ਸਤਿੰਦਰ ਨਾਥ ਟੈਗੋਰ। ਓਕੇ, ਸੋ ਅੱਗੇ ਆਪਾਂ ਦੇਖਦੇ ਹਾਂ। ਸੋ ਇਹਨਾਂ ਦੀ ਇੱਕ ਹੋਰ ਡਿਮਾਂਡ ਸੀ ਵੀ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਨੂੰ ਇੱਕ ਦੂਜੇ ਤੋਂ ਵੱਖ ਕੀਤਾ ਜਾਵੇ, ਵੀ ਉਹਨਾਂ ਨੂੰ ਇੱਕ ਦੂਜੇ ਦੇ ਪ੍ਰਭਾਵ ਤੋਂ ਵੱਖ ਕਰਕੇ ਅੱਡ ਅੱਡ ਇੰਸਟੀਟਿਊਸ਼ਨ ਬਣਾਇਆ ਜਾਵੇ, ਤਾਂ ਜੋ ਉਹਨਾਂ ਦੇ ਕਾਰਜ ਦੇ ਵਿੱਚ ਨਿਖਾਰ ਆ ਸਕੇ, ਵਧੀਆ ਢੰਗ ਨਾਲ ਆਪਦਾ ਕਾਰਜ ਕਰ ਸਕਣ, ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ। ਇਸ ਤੋਂ ਇਲਾਵਾ ਸਥਾਨਕ ਸੰਸਥਾਵਾਂ ਦਾ ਵਿਕਾਸ ਕੀਤਾ ਜਾਵੇ ਅਤੇ ਉਹਨਾਂ ਨੂੰ ਪਹਿਲਾਂ ਨਾਲੋਂ ਵੱਧ ਸ਼ਕਤੀਆਂ ਦਿੱਤੀਆਂ ਜਾਣ। ਜਿਹੜੀਆਂ ਲੋਕਲ ਬਾਡੀ ਸੀਗੀਆਂ ਉਹਨਾਂ ਨੂੰ ਹੋਰ ਪਾਵਰ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਸਥਾਨਕ ਲੋਕਾਂ ਦੀ ਭਲਾਈ ਵਾਸਤੇ ਬਹੁਤ ਸਾਰਾ ਕੰਮ ਹੋਰ ਕਰ ਸਕਣ। ਸਥਾਨਕ ਲੋਕਾਂ ਦੇ ਡਿਮਾਂਡ ਦੇ ਅਨੁਸਾਰ, ਉਹਨਾਂ ਦੀ ਲੋੜ ਦੇ ਅਨੁਸਾਰ ਉਹਨਾਂ ਵਾਸਤੇ ਉਹ ਕਾਰਜਸ਼ੀਲ ਹੋ ਸਕਣ। ਸੋ ਇਹ ਵੀ ਉਹਨਾਂ ਦੀ ਇੱਕ ਪ੍ਰਮੁੱਖ ਮੰਗ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦਾ ਕਾਰਜਕ੍ਰਮ ਕੰਮ ਕਿਵੇਂ ਕਰਦੀ ਸੀ ਬੇਟਾ? ਇਸ ਬਾਰੇ ਵੀ ਚਾਨਣਾ ਪਾਉਣਾ ਬੜਾ ਜ਼ਰੂਰੀ ਹੈ ਵੀ ਇੰਡੀਅਨ ਨੈਸ਼ਨਲ ਦੀ ਵਰਕਿੰਗ ਕਿਵੇਂ ਸੀ। ਆਪਾਂ ਪਹਿਲਾਂ ਹੀ ਦੇਖਦੇ ਹਾਂ ਵੀ ਉਦਾਰਵਾਦੀ ਸੀ। INC, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਦਾਰਵਾਦੀ ਨੇਤਾ ਸਰਕਾਰ ਤੋਂ ਆਪਣੀਆਂ ਮੰਗਾਂ ਮੰਗਾਉਣ ਲਈ ਸੰਵਿਧਾਨਿਕ ਅਤੇ ਸ਼ਾਂਤਮਈ ਢੰਗ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਉਹ ਜੈਂਟਲ ਤਰੀਕੇ ਨਾਲ, ਟੇਬਲ ਟਾਕ, ਵਾਰਤਾਲਾਪ ਦੇ ਤਰੀਕੇ ਨਾਲ, ਡਿਮਾਂਡਸ ਲੈਟਰ ਦੇ ਤਰੀਕੇ ਨਾਲ, ਮੰਗ ਪੱਤਰ ਦੇਣ ਦੇ ਤਰੀਕੇ ਨਾਲ, ਪ੍ਰਾਰਥਨਾ ਪੱਤਰ ਦੇਣ ਦੇ ਤਰੀਕੇ ਨਾਲ ਆਪਣਾ ਕਾਰਜ ਕਰਦੇ ਸੀ। ਸੋ ਇਸ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਇਹ ਕਾਰਜਸ਼ੈਲੀ ਸੀ। ਇਸ ਤੋਂ ਇਲਾਵਾ ਹੋਰ ਕੀ ਕਰਦੇ ਸੀ ਜੀ? ਉਹ ਆਪਣੀਆਂ ਮੰਗਾਂ, ਭਾਸ਼ਣਾਂ, ਲੈਕਚਰਸ ਦਿੰਦੇ ਸੀਗੇ, ਇਕੱਤਰ ਹੋ ਕੇ ਭਾਸ਼ਣਾਂ, ਮਤੇ ਪਾਸ ਕਰਕੇ ਭੇਜਦੇ ਸੀ ਵੀ ਅਸੀਂ ਆਹ ਮਤਾ ਪਾਸ ਕੀਤਾ, ਸਾਡੀ ਇਹ ਡਿਮਾਂਡ ਹੈ। ਪ੍ਰਸਤਾਵ ਰਿਕੁਐਸਟ, ਹੈ ਨਾ, ਜਿਹਨੂੰ ਆਪਾਂ ਕਹਿੰਦੇ ਨੇ ਵੀ ਇੱਕ ਤਰ੍ਹਾਂ ਦਾ ਪ੍ਰਸਤਾਵ ਪੇਸ਼ ਕਰਤਾ ਵੀ ਇਹਨੂੰ ਐਂ ਕਰਕੇ ਦੇਖੋ ਜੀ, ਅਤੇ ਪ੍ਰਾਰਥਨਾ ਦੁਆਰਾ ਉਹ ਆਪਣੀਆਂ ਇਹ ਮੰਗਾਂ ਪੂਰੀਆਂ ਕਰਵਾਉਣ ਵਾਸਤੇ ਅੰਗਰੇਜ਼ਾਂ ਕੋਲੇ ਭੇਜਦੇ ਸੀ। ਉਹ ਆਪਣੀਆਂ ਬੈਠਕਾਂ ਅਤੇ ਕਾਂਗਰਸ ਦੇ ਸਮਾਗਮਾਂ ਵਿੱਚ ਪਾਸ ਕੀਤੇ ਮਤਿਆਂ ਤੋਂ ਅੰਗਰੇਜ਼ਾਂ ਨੂੰ ਜਾਣੂ ਕਰਵਾਇਆ ਕਰਦੇ ਸੀ। ਜਿਹੜੀਆਂ ਵੀ ਉਹਨਾਂ ਨੇ ਮਤੇ ਪਾਏ, ਉਹ ਜਾਂ ਉਹਨਾਂ ਨੇ ਕੋਈ ਆਪਣੀ ਸਮਾਗਮ ਦੇ ਵਿੱਚ ਕੋਈ ਮਤਾ ਪਾਸ ਕੀਤਾ, ਬੈਠਕਾਂ ਦੇ ਵਿੱਚ ਮਤਾ ਪਾਸ ਕੀਤਾ, ਉਹ ਤੋਂ ਉਹਦੀ ਜਾਣਕਾਰੀ ਉਹ ਅੰਗਰੇਜ਼ਾਂ ਨੂੰ ਦਿੰਦੇ ਸੀ ਵੀ ਅਸੀਂ ਇਹ 'ਤੇ ਵਿਚਾਰ ਕੀਤਾ ਅਤੇ ਮਤਾ ਪਾਸ ਕੀਤਾ, ਤੁਸੀਂ ਇਹਨੂੰ ਇੰਪਲੀਮੈਂਟ ਕਰੋ ਜਾਂ ਇਹ 'ਤੇ ਆਪਦੀ ਰਾਏ ਦੱਸੋ ਵੀ ਤੁਹਾਡਾ ਕੀ ਵਿਚਾਰ ਹੈ, ਤੁਹਾਡਾ ਕੀ ਪੱਖ ਹੈ। ਇਸ ਤਰ੍ਹਾਂ ਉਹ ਆਪਣੀ ਵਰਕਿੰਗ ਕਰਦੇ ਸੀ। ਉਹਨਾਂ ਦੀਆਂ ਉਦਾਰਵਾਦੀ ਨੀਤੀਆਂ ਸਦਕਾ ਹੀ ਭਾਰਤ ਦਾ ਪਹਿਲਾ ਰਾਜਨੀਤਿਕ ਸੰਗਠਨ ਆਪਣੀ ਹੋਂਦ ਬਰਕਰਾਰ ਰੱਖ ਸਕਿਆ। ਬੇਟਾ ਇਹ ਬਹੁਤ ਹੀ ਇੰਪੋਰਟੈਂਟ ਪੰਕਤੀਆਂ ਨੇ। ਆਪਾਂ ਦੇਖ ਰਹੇ ਸੀ ਵੀ ਅੰਗਰੇਜ਼ ਬੜਾ ਜ਼ੁਲਮ ਕਰ ਰਹੇ ਸੀ, ਬੜਾ ਅਤਿਆਚਾਰ ਕਰ ਰਹੇ ਸੀ, ਬੜੀ ਦਮਨ ਵਾਲੀ ਨੀਤੀ ਨਾਲ ਭਾਰਤ ਦੀ ਹਰ ਇੱਕ ਚੀਜ਼ ਨੂੰ, ਡਿਮਾਂਡ ਨੂੰ ਦਬਾ ਰਹੇ ਸੀ। ਸੋ ਇਹ ਇੱਕ ਉਦਾਰਵਾਦੀ ਨੀਤੀ ਸੀ ਜਿਹੜੀ, ਇਸੇ ਕਰਕੇ ਅੰਗਰੇਜ਼ਾਂ ਨੇ ਇਸ ਸੰਸਥਾ ਨੂੰ ਚੱਲਣ ਦਿੱਤਾ। ਨਹੀਂ ਤਾਂ ਜੇ ਕਿਤੇ ਇਹਨਾਂ ਨੇ ਲੜਾਕਪਣਾ ਕੀਤਾ ਹੁੰਦਾ, ਅੰਗਰੇਜ਼ਾਂ ਨਾਲ ਲੜਾਈਆਂ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਅੰਗਰੇਜ਼ ਸੱਤਾ ਦੇ ਵਿੱਚ ਸੀਗੇ, ਉਹਨਾਂ ਕੋਲੇ ਪਾਵਰ ਸੀ, ਉਹ ਇਸ ਨੂੰ ਇਹਨਾਂ ਦੀ ਹੋਂਦ ਆਉਣ ਸਾਰੀ ਇਸ ਨੂੰ ਕੁਚਲ ਸਕਦੇ ਸੀ ਤੇ ਇੰਡੀਅਨ ਨੈਸ਼ਨਲ ਦੇ ਵਜੂਦ ਨੂੰ ਖਤਮ ਕਰ ਸਕਦੇ ਸੀ। ਸੋ ਇਹਨਾਂ ਦੇ ਉਦਾਰਵਾਦੀ ਨੀਤੀਆਂ, ਜੈਂਟਲਨੈਸ ਦੇ ਕਾਰਨ, ਇਹਨਾਂ ਦੀ ਪੋਲਾਈਟਨੈਸ ਦੇ ਕਾਰਨ ਹੀ ਇਹ ਸੰਸਥਾ ਬਚੀ ਰਹੀ ਤੇ ਹੌਲੀ ਹੌਲੀ ਆਪਣਾ ਕੰਮ ਕਰਦੀ ਰਹੀ। ਇਹ ਜਿਹਨੂੰ ਕਹਿੰਦੇ ਬੂੰਦ ਬੂੰਦ ਨਾਲ ਘੜਾ ਭਰਦਾ, ਇਹਨਾਂ ਨੇ ਉਹ ਕੰਮ ਕੀਤਾ। ਇਹਨਾਂ ਨੇ ਅੰਗਰੇਜ਼ਾਂ ਦੀ ਨਿਗਾਹ ਤੋਂ ਬਚਦੇ ਹੋਏ ਆਰਾਮ ਨਾਲ, ਸ਼ਾਂਤਮਈ ਢੰਗ ਨਾਲ ਆਪਣੇ ਅਸਤਿਤਵ ਨੂੰ ਬਚਾ ਕੇ ਰੱਖਿਆ ਤੇ ਇੰਨਾ ਲੰਬਾ ਸਮਾਂ ਕੰਮ ਕਰਦੇ ਰਹੇ। ਇਹ ਇੱਕ ਬੜਾ ਇੰਪੋਰਟੈਂਟ ਫੈਕਟ ਹੈ, ਕਿਉਂਕਿ ਜੇਕਰ ਉਹ ਸ਼ੁਰੂ ਵਿੱਚ ਹੀ ਅੰਗਰੇਜ਼ਾਂ ਪ੍ਰਤੀ ਕੋਈ ਉਗਰ ਰਵੱਈਆ ਅਪਣਾਉਂਦੇ ਤਾਂ ਅੰਗਰੇਜ਼ ਸਰਕਾਰ ਕੋਲੇ ਪਾਵਰ ਸੀ, ਉਹ ਆਪਣੀਆਂ ਦਮਨਕਾਰੀ ਨੀਤੀਆਂ ਨਾਲ ਕਾਂਗਰਸ ਦੀ ਹੋਂਦ ਉੱਭਰਨ ਤੋਂ ਪਹਿਲਾਂ ਹੀ ਉਸ ਨੂੰ ਸਮਾਪਤ ਕਰ ਦਿੰਦੇ, ਉਹਨਾਂ ਨੂੰ ਵਿਨਾਸ਼ ਕਰ ਦਿੰਦੇ, ਉਹਨਾਂ ਨੂੰ ਕੁਚਲ ਕੇ ਰੱਖ ਦਿੰਦੇ ਤੇ ਇਹ ਸੰਸਥਾ ਜਿਹੜੀ ਭਾਰਤ ਵਾਸਤੇ ਬਣੀ ਸੀ ਉਹ ਆਪਣੀ ਅਸਤਿਤਵ ਹੀ ਖੋ ਬੈਠਦੀ। ਸੋ ਉਹਨਾਂ ਦਾ ਜੈਂਟਲਨੈਸ, ਉਹਨਾਂ ਦਾ ਉਦਾਰਵਾਦ ਉਹਨਾਂ ਦੇ ਕੰਮ ਆਇਆ, ਉਹਨਾਂ ਦੇ ਪੈਰ ਜੰਮੇ ਤਾਂ ਉਹਨਾਂ ਨੇ ਫਿਰ ਅੱਗੇ ਹੋਰ ਪ੍ਰਸਾਰ ਕੀਤਾ। ਉਹਨਾਂ ਦੇ ਯਤਨਾਂ ਸਦਕਾ ਹੀ ਭਾਰਤੀਆਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਦਾ ਬੜੀ ਤੇਜ਼ੀ ਨਾਲ ਪ੍ਰਸਾਰ ਹੋਇਆ। ਐਕਚੁਅਲੀ ਗੱਲ ਹੈ, ਭਾਸ਼ਣ, ਲੈਕਚਰਬਾਜ਼ੀ, ਲੋਕਾਂ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣਾ, ਇਹਦੇ ਨਾਲ ਰਾਸ਼ਟਰੀ ਜਿਹੜੀ ਭਾਵਨਾ ਸੀ, ਚੇਤਨਾ ਸੀ, ਉਹ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਪ੍ਰਸਾਰ ਹੋਇਆ। ਉਦਾਰਵਾਦੀਆਂ ਨੇ ਆਪਣੇ ਵਿਚਾਰਾਂ ਅਤੇ ਪ੍ਰਸਾਰ ਰਾਹੀਂ ਬ੍ਰਿਟਿਸ਼ ਸਾਮਰਾਜਵਾਦ ਦੀ ਅਸਲ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕੀਤੀ। ਬੇਟਾ ਬੋਲਚਾਲ, ਟੇਬਲ ਟਾਕਸ, ਲੈਕਚਰਬਾਜ਼ੀ, ਲੇਖਵਾਜ, ਕਵਿਤਾਵਾਂ, ਭਾਸ਼ਣ, ਇਹਨਾਂ ਸਾਰੇ ਤਰੀਕਿਆਂ ਨਾਲ ਉਦਾਰਵਾਦੀ ਨੇਤਾ ਸੀ ਜਿਹੜੇ ਪਬਲਿਕ ਦੇ ਸਾਹਮਣੇ ਅੰਗਰੇਜ਼ਾਂ ਦੀ ਅਸਲੀ ਪਿਕਚਰ ਲੈ ਕੇ ਆ ਰਹੇ ਸੀ, ਹੌਲੀ ਹੌਲੀ ਬਿਨਾਂ ਉਹਨਾਂ ਨਾਲ ਕੋਈ ਝਗੜਾ ਕੀਤੇ। ਸੋ ਲੋਕਾਂ ਦੇ
ਮਨਾਂ ਦੇ ਵਿੱਚ ਉਹ ਅੰਗਰੇਜ਼ਾਂ ਦੀ ਅਸਲੀ ਤਸਵੀਰ ਉਹਨਾਂ ਨੇ ਉਲੀਕੀ, ਉਹਨਾਂ ਦੇ ਸਾਹਮਣੇ ਲੈ ਕੇ ਆਏ, ਤਾਂ ਜੋ ਅੰਗਰੇਜ਼ ਇਕੱਠੇ ਹੋ ਲੋਕ ਆਪਣੇ ਭਾਰਤੀ ਲੋਕ ਇਕੱਠੇ ਹੋ ਕੇ ਅੰਗਰੇਜ਼ਾਂ ਦਾ ਵਿਰੋਧ ਕਰ ਸਕਣ। ਸੋ ਇਹਨਾਂ ਦੀਆਂ ਇਹ ਜੈਂਟਲ ਜਿਹੜੀਆਂ ਤਰੀਕਿਆਂ ਸੀ, ਨੀਤੀਆਂ ਸੀ, ਇਹਦੇ ਕਰਕੇ ਹੀ ਹੋਇਆ। ਇਸੇ ਕਰਕੇ 1855 ਨਹੀਂ 1885 ਈਸਵੀ ਤੋਂ ਲੈ ਕੇ 1905 ਈਸਵੀ ਤੱਕ ਕਾਂਗਰਸ ਦੇ ਕੰਮ ਬੜੇ ਬੜਮੁੱਲੇ ਸਿੱਧ ਹੋਏ। ਜਿਹੜੇ ਇਹਨੇ ਸਲੋ ਪ੍ਰੋਸੈਸ ਰੱਖੀ ਬੇਟਾ, ਇਹ ਬਹੁਤ ਹੀ ਬੜਮੁੱਲੀ ਸਿੱਧ ਹੋਈ। ਇਸ ਨੇ ਰਾਸ਼ਟਰੀ ਜੀਵਨ ਦੇ ਕਈ ਖੇਤਰਾਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਕੀਤੀਆਂ। ਬੇਟਾ ਸਾਡੇ ਜਿਹੜਾ ਸਮਾਜਿਕ ਉਸ ਸਮੇਂ ਦੌਰ ਸੀ, ਉਸ ਸਮੇਂ ਸਾਡੀ ਰਾਸ਼ਟਰੀ ਸਥਿਤੀ ਸੀ, ਰਾਜਨੀਤਿਕ ਸਥਿਤੀ ਸੀ, ਉਹ ਇਹ ਕਾਂਗਰਸ ਦੀ ਜਿਹੜੀ ਆਮ ਇੱਕ ਵਿਚਾਰਧਾਰਾ ਸੀ ਜੈਂਟਲਨੈਸ ਦੀ, ਉਦਾਰਵਾਦ ਦੀ, ਉਸ ਨੇ ਬੜਾ ਡੂੰਘਾ ਪ੍ਰਭਾਵ ਪਾਇਆ ਤੇ ਆਪਣੀ ਹੋਂਦ ਨੂੰ ਬਰਕਰਾਰ ਰੱਖ ਸਕੀ। ਤੇ ਬਾਅਦ ਦੇ ਵਿੱਚ ਜਾ ਕੇ ਇਸ ਦੇ ਬੜੇ ਹੀ ਵਧੀਆ ਸਿੱਟੇ ਨਿਕਲੇ ਭਾਰਤ ਦੀ ਆਜ਼ਾਦੀ ਵਾਸਤੇ, ਭਾਰਤ ਦੀ ਰਾਜਨੀਤਿਕ ਸਥਿਤੀ ਵਾਸਤੇ, ਭਾਰਤ ਦੇ ਲੋਕਾਂ ਦੀ ਸਮਾਜਿਕ ਸਥਿਤੀ ਨੂੰ ਸੁਧਾਰਨ ਵਾਸਤੇ ਇਹਦੇ ਬਹੁਤ ਹੀ ਵਧੀਆ ਨਤੀਜੇ ਨਿਕਲੇ। ਸੋ ਉਹ ਨਤੀਜਿਆਂ ਤੋਂ ਆਪਾਂ ਅਗਲੇ ਚੈਪਟਰ ਦੇ ਵਿੱਚ ਦੇਖਾਂਗੇ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਭਾਵ ਨਾਲ ਰਾਸ਼ਟਰੀ ਚੇਤਨਾ 'ਤੇ ਕੀ ਪ੍ਰਭਾਵ ਪਿਆ। ਇਹਨਾਂ ਦੀ ਹੌਲੀ ਹੌਲੀ ਜਿਹੜੀ ਰਾਸ਼ਟਰੀ ਚੇਤਨਾ ਨੇ ਬੇਟਾ, ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਰਜਾਂ ਕਰਕੇ ਹੀ ਵੱਧਦੀ ਗਈ। ਸੋ ਉਹ ਆਪਾਂ ਪਾਰਟ 3 ਦੇ ਵਿੱਚ ਦੇਖਾਂਗੇ ਵੀ ਉਸਦੇ ਕੀ ਸਿੱਟੇ ਨਿਕਲੇ, ਕਿਵੇਂ ਲੋਕਾਂ ਦੇ ਵਿੱਚ ਰਾਸ਼ਟਰੀ ਭਾਵਨਾ ਹੋਰ ਪ੍ਰਜਵਲਿਤ ਹੋਈ। ਸੋ ਹੁਣ ਪਹਿਲਾਂ ਆਪਾਂ ਅੱਜ ਦੇ ਚੈਪਟਰ ਵਿੱਚ ਕੀਤੀਆਂ ਗਈਆਂ ਕੁਝ ਚੀਜ਼ਾਂ ਬਾਰੇ ਦੁਹਰਾਈ ਕਰਦੇ ਹਾਂ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 1885 ਈਸਵੀ ਵਿੱਚ ਮਿਸਟਰ A.O. ਹਿਊਮ ਨੇ ਕੀਤੀ। ਤੁਹਾਡਾ ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਸ ਨੂੰ ਕਰ ਲੈਣਾ ਵੀ 1885 ਵਿੱਚ ਮੁੰਬਈ ਦੇ ਵਿਖੇ ਕੀਤੀ ਗਈ ਸੀ। ਆਪਾਂ ਪੜ੍ਹ ਚੁੱਕੇ ਹਾਂ ਕਿਹਨੇ ਕੀਤੀ ਸੀ, ਇੱਕ ਅੰਗਰੇਜ਼ ਅਫਸਰ ਮਿਸਟਰ A.O. ਹਿਊਮ ਨੇ। ਇਸ ਤੋਂ ਅੱਗੇ ਆਉਂਦਾ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਭਾਪਤੀ ਕੌਣ ਸੀ ਬੇਟਾ, ਵਿਯੋਮੇਸ਼ ਚੰਦਰ ਬੈਨਰਜੀ। ਕੌਣ ਸੀਗੇ, ਵਿਯੋਮੇਸ਼ ਚੰਦਰ ਬੈਨਰਜੀ। ਇਹ ਇਸ ਦੇ ਪਹਿਲੇ ਸਭਾਪਤੀ ਸੀ। ਇਸ ਦੀ ਪਹਿਲਾ ਸਮਾਗਮ 29-30 ਦਸੰਬਰ 1885 ਨੂੰ ਹੀ ਹੋਇਆ ਸੀ। ਹੁਣ ਕਹਿੰਦਾ ਇਸ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਵਿੱਚ ਵੱਖ-ਵੱਖ ਪ੍ਰਾਂਤਾਂ ਤੋਂ, ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਕਿੰਨੇ ਪ੍ਰਤੀਨਿਧੀ ਆਏ ਸੀ ਪੁੱਤਰ ਜੀ, ਆਪਾਂ ਕਰਕੇ ਹਟੇ ਹਾਂ 72 ਪ੍ਰਤੀਨਿਧੀ ਇਸ ਦੇ ਵਿੱਚ ਪਹਿਲਾਂ ਭਾਗ ਲੈ ਚੁੱਕੇ ਨੇ। ਉਸ ਪਹਿਲੇ ਉਹਦੇ ਵਿੱਚ ਸਮਾਗਮ ਦੇ ਵਿੱਚ ਭਾਗ ਲਿਆ ਸੀ। ਸੋ ਤੁਹਾਡੀ ਸਕਰੀਨ ਦੇ ਉੱਤੇ ਦਿੱਤੇ ਗਏ ਇਹ ਤਿੰਨੇ ਜਿਹੜੇ ਦੁਹਰਾਈ ਦੇ ਕਨਸੈਪਟ ਨੇ, ਇਹ ਬਹੁਤ ਹੀ ਇੰਪੋਰਟੈਂਟ ਨੇ। ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ ਵੀ ਇਹਦੇ ਵਿੱਚੋਂ ਬਹੁਤ ਕੁਐਸਚਨ ਆ ਸਕਦੇ ਨੇ। ਇਹਦੇ ਵਿੱਚੋਂ 2-3 ਕੁਐਸਚਨ ਬਣਦੇ ਨੇ। NMMS ਦੀ ਜਿਹੜੀ ਤੁਸੀਂ ਪ੍ਰੀਖਿਆ ਦਿੰਦੇ ਹੋ ਬੇਟਾ, ਉਹਦੇ ਵਿੱਚ ਵੀ ਇਸ ਦੇ ਕੁਐਸਚਨਸ ਬਣਦੇ ਨੇ। ਸੋ ਇਸ ਚੈਪਟਰ ਦੇ ਹਰ ਇੱਕ ਪੁਆਇੰਟ ਨੂੰ ਬੜੀ ਬਰੀਕੀ ਨਾਲ ਦੇਖਣਾ ਹੈ, ਉਹਦੀ ਬੈਕਗਰਾਊਂਡ ਨੂੰ ਬੜੇ ਧਿਆਨ ਨਾਲ ਦੇਖਣਾ ਹੈ ਵੀ ਉੱਥੇ ਕੀ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ, ਉਹਦਾ ਰੀਜ਼ਨ ਕੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀ ਉਦਾਰਵਾਦੀ ਨੀਤੀ ਕਰਕੇ ਹੀ ਆਪਣੀ ਸਥਿਤੀ ਨੂੰ ਬਚਾ ਕੇ ਰੱਖਿਆ, ਜਿਹਦੇ ਕਰਕੇ ਉਹ ਇੰਨਾ ਲੰਬਾ ਸਮਾਂ ਟਿਕ ਸਕੀ। ਬੇਟਾ ਅੰਗਰੇਜ਼ੀ ਰਾਜ ਸੀ, ਦਮਨਕਾਰੀ ਸੀ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ, ਸਾਰੇ ਸੱਤਾ ਉਹਨਾਂ ਦੇ ਹੱਥ ਸੀ, ਕਿਸੇ ਦੀ ਉਹ ਸੁਣਦੇ ਨਹੀਂ ਸੀ। ਉਹ ਸਮੇਂ ਇੱਕ ਸੰਸਥਾ ਬਣੀ ਇੰਡੀਅਨ ਨੈਸ਼ਨਲ ਕਾਂਗਰਸ, ਤੇ ਉਹ ਹੁਣ ਤੱਕ ਸਾਡੇ ਐਟ ਪ੍ਰੈਜ਼ੈਂਟ ਤੱਕ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਹੈ। ਸਾਡੇ ਭਾਰਤ ਦੀ ਆਜ਼ਾਦੀ ਦੇ ਵਿੱਚ ਉਹਨੇ ਬੜਾ ਅਹਿਮ ਰੋਲ ਅਦਾ ਕੀਤਾ। ਸੋ ਇਹ ਉਸ ਦੇ ਸਿੱਟੇ ਨਿਕਲੇ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਸ ਪਾਰਟ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਬਾਰੇ, ਉਹਨਾਂ ਦੇ ਕਾਰਜਾਂ ਬਾਰੇ, ਉਹਨਾਂ ਦੇ ਉਦੇਸ਼ਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਮਿਲ ਗਈ ਹੋਊਗੀ। ਤੁਸੀਂ ਇਸ ਚੈਪਟਰ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਇਸ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮੱਚ। ਆਪਾਂ ਅਗਲੇ ਪਾਰਟ 3 ਦੇ ਵਿੱਚ ਦੇਖਾਂਗੇ ਵੀ ਰਾਸ਼ਟਰੀ ਚੇਤਨਾ ਕਿਸ ਸਤਰ ਤੱਕ ਪਹੁੰਚੀ ਤੇ ਅੰਗਰੇਜ਼ਾਂ ਦੇ ਉੱਤੇ ਉਸਦਾ ਕੀ ਪ੍ਰਭਾਵ ਪਿਆ ਤੇ ਸਾਡੀ ਆਜ਼ਾਦੀ ਦੇ ਲਈ ਉਸਨੇ ਕੀ ਅਹਿਮ ਰੋਲ ਅਦਾ ਕੀਤਾ। So once again, thank you very much to all of you. Please take care of yourself. Thank you very much.